का खालसा वाहिगुरू जी की फतेह। संगत जी अज साडे कोल मौजूद ने भाई गुरतेज सिंह जी कौमी आवाज़ मैलबर्न तो ते नाल साडे वीर भाई सहजदीप सिंह जी जो कि यूनाइटेड सिख यूथ फैडरेशन जथेबंदी तो बिलोंग करते हैं ते दास रमनदीप सिंह जी। सो जिवें कि असी सारे जानते हाँ कि जिहड़ा जून 1984 जिहड़ा भारत की सरकार ने दरबार साहब ते अकाल तख्त साहब ते हमला किया सी ते जिन्हों अज 36 साल हो गए ने। सो उहदे बाबत असी अज अपने वीरां भरावां नाल ते अपने भाई साहब नाल विचार साझे करांगे ते जानने की कोशिश करांगे कि किवें ते की उहदे रीजनस सीगे ते किवें वो सारा जो घलूघारा सीगा वापरिया सीगा। सो दास आप जी नूं बेनती करदा पिया सर जी जी बहुत बहुत धन्यवाद पहला तो तुहाडा भाई रमनदीप सिंह जी ते भाई सतपाल सिंह जी इस गलबात दे विच सद्दा देण दे लई। जून 84 का जोड़ा घल्लूघारा होना सी उहदे 36वें वरे वाल वध रहे हैं। जोड़ा जून 84 का घल्लूघारा साडे सिंघां दी जिहड़ी लशानी शहादत आ सानूं हर वरे उहदी याद दिवाउंदा किवें उन्हां ने पुरातन सिंघां दे वांग जूझ के शहादत पाई ते एक साडी अणख नूं फेर प्रचंड कीता। सो इस दिहाड़े नूं सानूं एक सूरज दे वांग देखना चाहिदा गा, ना कि ये कोई दुख की गल है। ये शहादत का बहुत वड्डा साडे कोल एक साका गा अते सानूं इस रंग नूं सदा अपने दिल दे विच वसा के अपने भविख दे वल देखना चाहिदा। सो इस साके तो बाद जून 84 दे साके तो बाद जिहड़ा साडा उस जगह दे नाल रिश्ता गा जां उस प्रबंध दे नाल रिश्ता गा वो सदा सदा दे लई बदल गया। ਅਤੇ जेकर असीं ਇਹਦੇ ਪਾਸਟ ਦੇ ਵਿੱਚ ਜਾਈਏ ਕਿ ਇਹਦੇ रूट कॉज ਜਾਂ ਜਿਹੜੇ ਕਾਰਨ ਕੀ ਰਹੇ ਤੇ ਸਾਨੂੰ ਥੋੜਾ ਜਿਹਾ ਨਹੀਂ ਕਾਫੀ ਸਾਨੂੰ ਪਿੱਛੇ ਜਾਣਾ ਪਊਗਾ। ਇੱਥੇ ਮੈਂ ਇੱਕ ਕਵੀ ਦਾ ਜ਼ਿਕਰ ਜ਼ਰੂਰ ਕਰੂੰਗਾ। ਉਹ ਲਹਿੰਦੇ ਪੰਜਾਬ ਤੋਂ ਸਨ ਜਿਨ੍ਹਾਂ ਦਾ ਨਾਮ ਸੀਗਾ ਅਫਜ਼ਲ ਐਸਨ ਰੰਧਾਵਾ। ਉਹਨਾਂ ਨੇ 9 ਜੂਨ 1984 ਨੂੰ ਇੱਕ ਕਵਿਤਾ ਲਿਖੀ। ਰੰਧਾਵਾ ਸਾਹਿਬ ਨੇ ਜਿਹੜੀ ਕਵਿਤਾ ਲਿਖੀ ਆ ਉਹਦੇ ਵਿੱਚ ਉਹ ਇੱਕ ਪੰਕਤੀ ਵਰਤਦੇ ਆ, ਹਾਏ ਵੈਰੀਆਂ ਕੱਢ ਵਿਖਾ ਲਿਆ ਅੱਜ 5 ਸਦੀਆਂ ਦਾ ਵੈਰ। ਸੋ ਉਹ ਕਵਿਤਾ ਕਾਫੀ ਲੰਬੀ ਆ, ਬਹੁਤ ਸਾਰੇ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੇ ਉਹ ਦੇਖੀ ਵੀ ਸੁਣੀ ਵੀ ਹੋਣੀ ਆ, ਦੇਖੀ ਵੀ ਹੋਣਾ ਉਹਨਾਂ ਨੂੰ ਗਾਉਂਦੇ ਹੋਏ। ਉਹ ਕਦੇ ਫਿਰ ਆਪਾਂ ਉਹਦਾ ਜ਼ਿਕਰ ਕਰਾਂਗੇ। ਸੋ ਜਿਹੜਾ 5 ਸਦੀਆਂ ਦਾ ਵੈਰ ਚੱਲਿਆ ਆ ਰਿਹਾ ਸੀ ਸਾਡੇ ਖਾਲਸਾ ਪੰਥ ਨਾਲ, ਸਿੱਖ ਪੰਥ ਦੇ ਨਾਲ, ਸੋ ਉਸ ਦਾ ਹੀ ਉਹਨਾਂ ਨੇ ਇਹ ਰੰਗ ਦਿਖਾਇਆ। ਇਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਗਾ। ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਰੋਧ ਆ ਉਸ ਵਕਤ ਦੇ ਜਿਹੜੇ ਸਾਡੇ ਸੱਚ ਦੇ ਇਸ ਵਿਰੋਧੀ ਸਨ, ਜੋ ਸਾਡੇ ਪੰਥ ਦੇ ਵਿਰੋਧੀ ਸਨ, ਉਹ ਕਦੇ ਸਿੱਧਾਂ ਦੇ ਰੂਪ ਦੇ ਵਿੱਚ ਹੁੰਦਾ ਗਾ। ਉਸ ਤੋਂ ਬਾਅਦ ਵੱਖ-ਵੱਖ ਪਾਤਸ਼ਾਹੀਆਂ ਦੇ ਸਮੇਂ ਵੱਖ-ਵੱਖ ਬੰਦਿਆਂ ਦੇ ਵੱਲੋਂ ਕੀਤਾ ਜਾਂਦਾ ਗਾ। ਗੁਰੂ ਅਰਜਨ ਪਾਤਸ਼ਾਹ ਜੀ ਵੇਲੇ ਆਪਾਂ ਦੇਖਦੇ ਹਾਂ ਕਿ ਜਿੱਥੇ ਪਿਰਥੀ ਸਰਕਾਰ ਦੇ ਨਾਲ ਰਲ ਕੇ ਉਹ ਗੁਰੂ ਸਾਹਿਬ ਦੇ ਉੱਤੇ ਹਮਲਾ ਵੀ ਕਰਵਾਉਂਦੇ ਆ। ਅਕਬਰ ਦਾ ਬਹੁਤ ਹੀ ਜ਼ਿਆਦਾ ਨੇੜੇ ਦਾ ਇੱਕ ਮਸ਼ਕਰਾ ਬੀਰਬਲ ਜਿਹਦਾ ਨਾਮ ਮਹੇਸ਼ ਦਾਸ ਸੀ, ਉਹ ਪਿਰਥੀ ਦੇ ਕਹਿਣ ਦੇ ਉੱਤੇ ਅੰਮ੍ਰਿਤਸਰ ਨੂੰ ਆ ਕੇ ਘੇਰਾ ਪਾ ਲੈਂਦਾ। ਸਰਕਾਰ ਦੇ ਕਹਿਣ ਦੇ ਉਸ ਵਕਤ ਦੀ ਜਿਹੜੀ ਗਵਰਨਮੈਂਟ ਆ ਭਾਰਤ ਦੀ, ਉਸ ਦੇ ਕਹਿਣ ਦੇ ਉੱਤੇ ਆ ਕੇ ਘੇਰਾ ਪਾ ਲੈਂਦਾ। ਗੁਰੂ ਘਰ ਦੀਆਂ ਰਸਦਾਂ ਜਿਹੜੀਆਂ ਉਹ ਬੰਦ ਕਰ ਦਿੰਦਾ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਉਹੀ ਜਿਹੜੀ ਸਰਕਾਰ ਆ ਉਹ ਸ਼ਹੀਦ ਵੀ ਕਰਦੀ ਹੈ। ਗੁਰੂ ਸਾਹਿਬ ਸਾਡੇ ਪਹਿਲੇ ਜਿਨ੍ਹਾਂ ਨੂੰ ਆਪਾਂ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਮ ਦੇ ਉੱਤੇ ਯਾਦ ਕਰਦੇ ਹਾਂ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉੱਤੇ ਵੀ ਜਿਹੜੀਆਂ ਸਰਕਾਰਾਂ ਨੇ ਉਹ ਹਮਲੇ ਕਰਦੀਆਂ ਨੇ ਅਤੇ ਉੱਥੇ ਵੀ ਇੱਕ ਗੁਰੂ ਡਾਮਾ ਜਿਹੜਾ ਉਸ ਦਾ ਜਿਹੜਾ ਕਾਫੀ ਰੋਲ ਰਹਿੰਦਾ ਗਾ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਲੜਾਈ ਆ ਉਹ ਬਹੁਤ ਇੱਕ ਨਿੱਕੀ ਜਿਹੀ ਗੱਲ ਤੋਂ ਹੋਈ ਸਰਕਾਰ ਦੇ ਨਾਲ। ਇੱਕ ਸ਼ਾਹੀ ਬਾਜ ਸੀ ਜਿਹੜਾ ਕਿ ਸਰਕਾਰ ਦਾ ਸੀ। ਉਹ ਸ਼ਾਹੀ ਬਾਜ ਜਦੋਂ ਖਾਲਸੇ ਦੇ ਇਲਾਕੇ ਦੇ ਸਿੰਘਾਂ ਦੇ ਇਲਾਕੇ ਦੇ ਵਿੱਚ ਆ ਗਿਆ, ਖਾਲਸਾ ਉਦੋਂ ਨਹੀਂ ਸਾਜਿਆ ਸੀ, ਸੋ ਸ਼ਾਹੀ ਬਾਜ ਸਿੰਘਾਂ ਨੇ ਫੜ ਕੇ ਲਿਆ ਕੇ ਗੁਰੂ ਸਾਹਿਬ ਕੋਲ ਪੇਸ਼ ਕੀਤਾ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ। ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਜਿਹੜਾ ਇਹ ਸ਼ਾਹੀ ਬਾਜ ਸਿੱਖਾਂ ਨੇ ਸਾਡਾ ਫੜ ਲਿਆ ਹੈ ਅਤੇ ਉਹਨਾਂ ਨੇ ਆਪਣੇ ਦਬਕਾ ਮਾਰਨ ਦੇ ਲਈ ਕੁਝ ਸਿਪਾਹੀ ਭੇਜੇ ਕਿ ਸਾਡਾ ਬਾਜ ਵਾਪਸ ਕਰੋ, ਨਹੀਂ ਫਿਰ ਬਹੁਤ ਬੁਰਾ ਹੋਊਗਾ। ਸੋ ਗੁਰੂ ਸਾਹਿਬ ਨੇ ਉੱਥੇ ਜਿਹੜੀ ਗੱਲ ਕਹੀ ਉਹ ਸਾਡੀ ਪਾਤਸ਼ਾਹੀ ਦਾ ਜਿਹੜਾ ਦਾਅਵਾ ਗਾ ਉੱਥੋਂ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਉਹਦਾ
ਜਿਹੜਾ ਸੁਨੇਹਾ ਵੀ ਮਿਲਦਾ ਗਾ, ਭਾਵੇਂ ਕਿ ਗੁਰੂ ਸਾਹਿਬ ਨੇ ਜਦੋਂ ਮੀਰੀ ਪੀਰੀ ਨੇ ਜਿਹੜੀਆਂ ਕਿਰਪਾਨਾਂ ਪਹਿਨੀਆਂ, ਉਹ ਤਾਂ ਇੱਕ ਸਦੀਵੀ ਸੁਨੇਹਾ ਸਾਨੂੰ ਸਦਾ ਦੇ ਲਈ ਮਿਲ ਗਿਆ। ਗੁਰੂ ਸਾਹਿਬ ਨੇ ਕਿਹਾ ਕਿ ਬਾਜ ਨਹੀਂ ਹੈ ਇਨਕੋ ਦੇਣਾ, ਬਾਜ ਤਾਜ ਸਭ ਇਨਸੇ ਲੈਣਾ। ਸੋ ਕਹਿਣ ਦਾ ਭਾਵ ਸੀ ਕਿ ਇਹਨਾਂ ਨੂੰ ਬਾਜ ਵੀ ਨਹੀਂ ਦੇਣਾ ਤੇ ਜਿਹੜਾ ਇਹਨਾਂ ਕੋਲ ਤਾਜ ਆ ਉਹ ਵੀ ਅਸੀਂ ਲੈਣਾ। ਸੋ ਉਹਨਾਂ ਨੇ ਕਿਹਾ ਗੱਲ ਅਸਲ ਦੇ ਵਿੱਚ ਬਾਜ ਦੀ ਨਹੀਂ ਸੀ, ਗੱਲ ਅਸਲ ਸੀ ਕਿ ਜਿਹੜੀ ਅਣਖ ਇੰਨੇ ਹਜ਼ਾਰਾਂ ਸਾਲਾਂ ਤੋਂ ਮਰੀ ਪਈ ਸੀ, ਉਸ ਨੂੰ ਗੁਰੂ ਸਾਹਿਬ ਨੇ ਜਗਾ ਦਿੱਤਾ ਸੀ। ਤੇਗ ਦੇ ਰੂਪ ਦੇ ਵਿੱਚ ਵੀ, ਕਿਉਂਕਿ ਸ਼ਬਦ ਦੇ ਰੂਪ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਤੋਂ ਜਾਗ ਗਿਆ ਸੀ, ਪਰ ਤੇਗ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਗਾ ਦਿੱਤਾ ਸੀ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ ਫਿਰ ਗੁਰੂ ਸਾਹਿਬ ਨੂੰ ਕਿਲੇ ਦੇ ਵਿੱਚ ਵੀ ਬੰਦੀ ਕੀਤਾ ਜਾਂਦਾ, ਉੱਥੋਂ ਵੀ ਗੁਰੂ ਸਾਹਿਬ ਚੜ੍ਹਦੀ ਕਲਾ ਦੇ ਨਾਲ ਰਿਹਾ ਹੋ ਕੇ ਆਉਂਦੇ ਆ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੇ ਵੇਲੇ ਫਿਰ ਉਹੀ ਜਿਹੜਾ ਗੁਰੂ ਡਾਮਿਆ ਉਹ ਖੜਾ ਹੋ ਜਾਂਦਾ ਸਰਕਾਰ ਦੇ ਨਾਲ ਰਲ ਕੇ। ਗੁਰੂ 9ਵੇਂ ਪਾਤਸ਼ਾਹ ਨੂੰ ਵੀ ਸ਼ਹੀਦ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਵੱਲੋਂ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਜਾਂਦਾ ਜਦੋਂ ਖਾਲਸਾ ਸਾਜਿਆ ਜਾਂਦਾ, ਕਿਉਂਕਿ ਗੁਰੂ ਸਾਹਿਬ ਨੇ ਇਸ ਧਰਤੀ ਦੇ ਉੱਤੇ ਸਿੱਖ ਇਨਕਲਾਬ ਨੂੰ ਖਾਲਸੇ ਦੇ ਰੂਪ ਦੇ ਵਿੱਚ ਸਦਾ ਦੇ ਲਈ ਪੇਸ਼ ਕਰ ਦੇਣਾ ਸੀ, ਇਸ ਧਰਤੀ ਦਾ ਜਿਹੜਾ ਪਹਿਰੇਦਾਰ ਦੇ ਰੂਪ ਦੇ ਵਿੱਚ। ਸੋ ਇਸ ਦਾ ਉਸ ਜਿਹੜੀ ਮਨੋਵਾਦੀ ਸੋਚ ਆ ਉਸ ਦੇ ਵੱਲੋਂ ਭਰਪੂਰ ਵਿਰੋਧ ਹੁੰਦਾ ਗਾ। ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਕਮੀਣਿਆਂ ਨੂੰ ਕਿਉਂ ਅੰਮ੍ਰਿਤ ਛਕਾਉਂਦੇ ਹੋ, ਇਹਨਾਂ ਨੂੰ ਅੰਮ੍ਰਿਤ ਨਾ ਛਕਾਓ, ਫਿਰ ਅਸੀਂ ਤੁਹਾਡੇ ਆ ਕੇ ਅੰਮ੍ਰਿਤ ਛਕ ਸਕਦੇ ਹਾਂ। ਜਿਹੜੇ ਪਹਾੜੀ ਰਾਜੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਗਾ। ਪਰ ਗੁਰੂ ਸਾਹਿਬ ਨੇ ਕਿਹਾ ਕਿ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਫਿਰ ਉਹੀ ਜਿਹੜੇ ਪਹਾੜੀ ਰਾਜੇ ਨੇ ਉਹ ਮੁਗਲਾਂ ਨਾਲ ਰਲ ਕੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਦੇ ਨੇ। ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਆ ਉਹ ਚੰਦੂ ਵਰਗਿਆਂ ਤੋਂ, ਜਿਹੜੇ ਮਾਫ਼ ਕਰਨਾ ਗੰਗੂ ਵਰਗੇ ਆ, ਤੇ ਜਿਹੜੇ ਵਜ਼ੀਰ ਖਾਂ ਦੇ ਵਜ਼ੀਰ ਨੇ ਉਹ ਵੀ ਜਿਹੜੇ ਨਾਲ ਰਲ ਕੇ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਸ਼ਹੀਦ ਕਰਾਉਂਦੇ ਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਆਉਂਦਾ, ਉਦੋਂ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਉਸੇ ਹੀ ਤਰ੍ਹਾਂ ਆਪਣਾ ਜ਼ੁਲਮ ਕਰਦੀਆਂ ਰਹੀਆਂ। ਸੋ ਮਿਸਲਾਂ ਦੇ ਇੱਕ ਵੱਡੇ ਸੰਘਰਸ਼ ਤੋਂ ਬਾਅਦ ਸਾਡੇ ਕੋਲ ਆਪਣਾ ਜਿਹੜਾ ਖਾਲਸਾ ਰਾਜ ਆਉਂਦਾ, ਜੋ ਗੁਰੂ ਸਾਹਿਬ ਦੇ ਬੋਲ ਸੀ ਉਹ ਪਰਪੱਕ ਹੁੰਦੇ ਆ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਖਾਲਸਾ ਰਾਜ ਦੀ ਸਾਡੇ ਦੀ ਨੀਂਹ ਰੱਖ ਦਿੱਤੀ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਵਿੱਚ ਸਾਡੇ ਕੋਲ ਇੱਕ ਵਿਸ਼ਾਲ ਖਾਲਸਾ ਰਾਜ ਜਿਹੜਾ ਸਾਨੂੰ ਪ੍ਰਾਪਤ ਹੁੰਦਾ। ਤੇ ਹੁਣ ਦੇਖਣ ਦੀ ਗੱਲ ਇਹ ਬਣਦੀ ਹੈ ਕਿ ਉਹ ਖਾਲਸਾ ਰਾਜ ਵੀ ਜਿਹੜਾ ਸਾਡਾ ਉਹ ਡੋਗਰਿਆਂ ਦੀ ਗਦਾਰੀ ਦੇ ਕਾਰਨ ਸਾਡੇ ਤੋਂ ਚਲਿਆ ਜਾਂਦਾ ਗਾ। ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਲਸਾ ਰਾਜ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਨੂੰ ਧੱਕੇ ਦੇ ਨਾਲ ਕਨਵਰਟ ਕਰਕੇ ਆਰੀਆ ਸਮਾਜੀ ਹੈ ਜਿਹੜੀ ਉਹ ਆਪਣੇ ਵੱਲ ਲਿਜਾਣਾ ਲੋਚਦੇ ਆ। ਕਿਉਂਕਿ ਜਿਹੜਾ ਮੈਂ ਗੱਲ ਕੀਤੀ ਹੈ 5 ਸਦੀਆਂ ਦਾ ਵੈਰ, ਉਹ ਉਹਨਾਂ ਦੇ ਵਿੱਚ ਉਦੋਂ ਹੀ ਚੱਲਿਆ ਆ ਰਿਹਾ ਕਿ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਜੋ ਸੱਚ ਦਾ ਝੰਡਾ ਜੋ ਗੱਡ ਦਿੱਤਾ ਹੈ, ਇਸ ਨੂੰ ਉਹ ਹਿਲਾਉਣਾ ਲੋਚਦੇ ਨੇ। ਕਿਉਂਕਿ ਜਿੱਥੇ ਸਿੱਖੀ ਖੜੀ ਆ ਇਸ ਭਾਰਤੀ ਖਿੱਤੇ ਦੇ ਵਿੱਚ, ਉੱਥੇ ਉਹਨਾਂ ਦਾ ਜਿਹੜਾ ਕੋਈ ਝੰਡਾ ਨਹੀਂ ਗੱਡਿਆ ਜਾ ਸਕਦਾ। ਮਨੂਵਾਦੀਆਂ ਦਾ ਜਿਹੜਾ ਬ੍ਰਹਮਣੀਕਲ ਸਿਸਟਮ ਆ, ਉਸ ਦਾ ਝੰਡਾ ਉੱਥੇ ਨਹੀਂ ਗੱਡਿਆ ਜਾ ਸਕਦਾ। ਇਸ ਲਈ ਉਹ ਹਮੇਸ਼ਾ ਹੀ ਉਹਨਾਂ ਦੀ ਸਿੱਖੀ ਇੱਕ ਰੜਕਦੀ ਆ ਅੱਖਾਂ ਦੇ ਵਿੱਚ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸਿੱਖਾਂ ਦਾ ਜਿਹੜਾ ਸਿਧਾਂਤ ਆ ਬਰਾਬਰਤਾ ਦਾ ਗਾ, ਜੋ ਸਰਬੱਤ ਦੇ ਭਲੇ ਦਾ ਗਾ, ਵੀ ਉਸ ਨੂੰ ਇੱਥੋਂ ਪੱਟ ਸੁੱਟੀਏ। ਸੋ ਕਿਵੇਂ ਨਾ ਕਿਵੇਂ ਉਹ ਜਿਹੜਾ ਆਰੀਆ ਸਮਾਜੀ ਦੇ ਵੱਲੋਂ ਕਨਵਰਟ ਦੀ ਲਹਿਰ ਚਲਾਈ ਜਾਂਦੀ ਆ। ਸਾਡੀ ਸਿੰਘ ਸਭਾ ਲਹਿਰ ਆਉਂਦੀ ਆ, ਜਿਸ ਦਾ ਵੱਡੀ ਕੰਟਰੀਬਿਊਸ਼ਨ ਆ ਕਿ ਉਹ ਸਿੱਖੀ ਦੇ ਵਿੱਚ ਫਿਰ ਜਿਹੜੀ ਚੇਤਨਤਾ ਲਿਆਉਂਦੇ ਆ ਤੇ ਸਿੱਖੀ ਮੁੜਦੀ ਆ। ਉਸ ਤੋਂ ਬਾਅਦ ਇੱਕ ਗੱਲ ਮੈਂ ਭੁੱਲ ਗਿਆ, ਉਸ ਤੋਂ ਪਹਿਲਾਂ ਬਾਬਾ ਰਾਮ ਸਿੰਘ ਕੂਕਾ ਉਹ ਖਾਲਸਾ ਰਾਜ ਲਈ ਸੰਘਰਸ਼ ਕਰਦੇ ਆ, ਪਰ ਜਿਹੜਾ ਅੰਗਰੇਜ਼ਾਂ ਨੂੰ ਸਾਰਾ ਉਹਨਾਂ ਦੀ ਤਿਆਰੀ ਦੀ ਸੂਹ ਹੋਣ ਜਾਣ ਕਾਰਨ ਉਹ ਜਿਹੜੀ ਸਾਡੀ ਗੱਲ ਆ ਉਹ ਪਿੱਛੇ ਰਹਿ ਜਾਂਦੀ ਆ। ਉਸ ਤੋਂ ਬਾਅਦ ਗਦਰ ਲਹਿਰ ਦੇ ਜਿਹੜੇ ਸੂਰਮੇ ਨੇ, ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਹੋਰ ਭਾਈ ਰਣਧੀਰ ਸਿੰਘ ਵਰਗੀਆਂ ਰੱਬੀ ਰੂਹਾਂ, ਉਹ ਵੀ ਸੰਘਰਸ਼ ਆਪਣਾ ਜਾਰੀ ਰੱਖਦੀਆਂ ਨੇ। ਅਤੇ ਉਸ ਤੋਂ ਬਾਅਦ ਜਿਹੜੀ ਬੱਬਰ ਅਕਾਲੀ ਲਹਿਰ ਆ, ਉਸ 'ਤੇ ਸਿੰਘ ਆ ਜਿਹੜੇ ਤਕਰੀਬਨ ਖਾਸ ਕਰ ਜਿਹੜਾ ਸਾਡੇ ਪੰਜਾਬ ਦਾ ਦੁਆਬੇ ਦਾ ਇਲਾਕਾ ਗਾ, ਉਸ ਦੇ ਵਿੱਚ ਉਹ ਖਾਲਸਾ ਰਾਜ ਨੂੰ ਇੱਕ ਤਰ੍ਹਾਂ ਸਥਾਪਿਤ ਹੀ ਕਰਨ ਦੇ ਆ। ਜਿਹੜਾ ਉਸ ਵਕਤ ਦੀ ਜਿਹੜੀ ਬ੍ਰਿਟਿਸ਼ ਇੰਡੀਅਨ ਗਵਰਨਮੈਂਟ ਆ, ਉਹਦੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਚਰਚੇ ਹੁੰਦੇ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਡਿਸਮੈਂਟਲ ਕਰਕੇ ਰੱਖ ਦਿੱਤਾ। ਸੋ
ਇੱਕ ਟਰੈਪ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਫਸ ਕੇ ਉਹ 1947 ਦੇ ਵਿੱਚ ਉਸੇ ਹੀ ਜਿਹੜਾ ਇੱਕ ਪ੍ਰਬੰਧ ਹੈ ਬ੍ਰਹਮਣੀਕਲ ਪ੍ਰਬੰਧ ਉਹਦੇ ਵਿੱਚ ਰਹਿਣ ਦਾ ਫੈਸਲਾ ਕਰ ਲੈਂਦੀ ਆ। ਸੋ ਭਾਵੇਂ ਕਿ ਜਿਹੜੇ 84 ਦੇ ਬੀਜ ਆ ਉਹ ਪਿਛਲੇ 500 ਸਾਲ ਤੋਂ ਤੁਰੇ ਆਉਂਦੇ ਆ, ਪਰ ਉਹਦੇ ਜਿਹੜੇ ਬੜੇ ਨੇੜੇ ਦੇ ਤਤਕਾਲੀ ਕਾਰਨ ਸੀ ਉਹ 1947 ਦੇ ਵਿੱਚ ਉਸ ਸਮੇਂ ਦੇ ਫੈਸਲੇ ਨਾਲ ਪਏ ਸੀ, ਜਦੋਂ ਸਾਡੇ ਉਸ ਵਕਤ ਦੇ ਲੀਡਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਦੇ ਨਾਲ ਹੀ ਰਵਾਂਗੇ। ਪਰ 47 ਦੇ ਕੁਝ ਕੁ ਅਗਸਤ ਦੇ ਕੁਝ ਕੁ ਮਹੀਨਿਆਂ ਬਾਅਦ ਹੀ ਜਿਹੜਾ ਆਪਣਾ ਅਸਲ ਰੰਗ ਆ ਉਹ ਉੱਥੋਂ ਦੀ ਜਿਹੜੀ ਸਰਕਾਰ ਉਹ ਦਿਖਾਉਣਾ ਸ਼ੁਰੂ ਕਰ ਦਿੰਦੀ ਆ, ਜਦੋਂ ਉਸ ਦੇਸ਼ ਦਾ ਪ੍ਰਧਾਨ ਮੰਤਰੀ ਨਹਿਰੂ ਸਿੱਖਾਂ ਨੂੰ ਪਹਿਲਾਂ ਕੀਤੇ ਹੋਏ ਵਾਅਦਿਆਂ ਤੋਂ ਜਿਹੜਾ ਸ਼ਰੇਆਮ ਮੁੱਕਰ ਕੇ ਦਿਖਾਉਂਦਾ ਗਾ, ਅਤੇ ਉਹ ਸਿੱਖਾਂ ਨੂੰ ਕਹਿੰਦਾ ਕਿ ਅਬ ਸਮੇਂ ਔਰ ਹੈ, ਭਾਵ ਕਿ ਹੁਣ ਜਿਹੜਾ ਸਮਾਂ ਚੇਂਜ ਹੋ ਗਿਆ, ਹੁਣ ਤੁਹਾਨੂੰ ਜਿਹੜੀ ਸਾਡੇ ਅਨੁਸਾਰ ਹੀ ਜਿਉਣਾ ਪਵੇਗਾ। ਪੰਜਾਬੀ ਸੂਬਾ ਮੋਰਚਾ ਲਹਿਰ ਚੱਲਦੀ ਆ ਕਿ ਸਾਨੂੰ ਭਾਸ਼ਾ ਦੇ ਨਾਂ ਦੇ ਉੱਤੇ ਤਾਂ ਦੇਸ਼ ਦਿੱਤਾ ਜਾਵੇ। ਚਲੋ ਜੇਕਰ ਤੁਸੀਂ ਸਾਨੂੰ ਦੇਸ਼ ਆ ਜਿਹੜਾ ਸਿੱਖਾਂ ਦੇ ਨਾਂ ਦੇ ਉੱਤੇ ਨਹੀਂ ਦਿੰਦੇ, ਭਾਸ਼ਾ ਦੇ ਨਾਂ 'ਤੇ ਸਾਨੂੰ ਘੱਟੋ ਘੱਟ ਦੇਸ਼ ਦਿੱਤਾ ਜਾਵੇ। ਭਾਸ਼ਾ ਦੇ ਨਾਂ ਦੇ ਉੱਤੇ ਜਿਹੜਾ ਸੂਬਾ ਮੰਗਣ ਦੇ ਉੱਤੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਜੇਲ੍ਹਾਂ ਦੇ ਵਿੱਚ ਜਾਂਦੇ ਨੇ, ਜੇਲ੍ਹਾਂ ਭਰਦੇ ਆ, ਤਸ਼ੱਦਦ ਹੁੰਦੇ ਆ, ਸ਼ਹਾਦਤਾਂ ਵੀ ਪ੍ਰਾਪਤ ਹੁੰਦੀਆਂ। ਫਿਰ ਕਿਤੇ ਜਾ ਕੇ ਸਾਨੂੰ ਸਾਡੇ ਬਹੁਤ ਸਾਰੇ ਇਲਾਕੇ ਆ ਜਿਹੜੇ ਉਹ ਹਰਿਆਣੇ ਦੇ ਵਿੱਚ ਅਤੇ ਹਿਮਾਚਲ ਦੇ ਵਿੱਚ ਨਾਲਾਗੜ੍ਹ ਦੇਸ਼ ਦੇ ਇਲਾਕੇ ਅਤੇ ਗੰਗਾਨਗਰ ਰਾਜਸਥਾਨ ਦੇ ਵਿੱਚ ਰੱਖ ਕੇ, ਕਰਨਾਲ ਜ਼ਿਲ੍ਹਾ ਜਿਹੜਾ ਅਸੰਧ ਦੇ ਇਲਾਕੇ ਸਾਰੇ ਇਹ ਰੱਖ ਕੇ ਸਾਨੂੰ ਫਿਰ ਬਹੁਤ ਛੋਟਾ ਇੱਕ ਸੂਬਾ ਦਿੱਤਾ ਜਾਂਦਾ। ਪਰ ਫਿਰ ਵੀ ਜਿਹੜਾ ਇੱਕ ਪੰਜਾਬੀ ਬੋਲੀ ਦੇ ਉੱਤੇ ਬੋਲਦਾ ਸਾਡੇ ਕੋਲ ਕੁਝ ਥਾਂ ਸਾਨੂੰ ਮਿਲ ਜਾਂਦੀ ਹੈ। ਪਰ ਉਸ ਤੋਂ ਬਾਅਦ ਜਿਹੜੀ ਕਾਣੀ ਵੰਡ ਆ, ਜਿਹੜੇ ਰਿਸੋਰਸਿਸ ਨੇ ਹੈ ਨਾ, ਉਹਨਾਂ ਦੀ ਬਹੁਤ ਜ਼ਿਆਦਾ ਕਾਣੀ ਵੰਡ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ, ਕਿ ਪੰਜਾਬ ਰੈਪੇਰੀਅਨ ਲਾਅ ਦੇ ਤਹਿਤ, ਪੰਜਾਬ ਦਾ ਰੈਪੇਰੀਅਨ ਸਿਧਾਂਤ ਦੇ ਤਹਿਤ ਪੰਜਾਬ ਦਾ ਪਾਣੀਆਂ ਦੇ ਉੱਤੇ ਹੱਕ ਬਣਦਾ ਗਾ, ਪਰ ਉਹ ਹੱਕ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਗਾ। ਉਸ ਦੇ ਲਈ ਮੋਰਚੇ ਸ਼ੁਰੂ ਹੁੰਦੇ ਆ, ਅਤੇ ਇਹ ਜਿਹੜਾ ਮੋਰਚਾ ਗਾ ਅਕਾਲੀ ਮੋਰਚਾ, ਇਹ 1980ਵਿਆਂ ਦੇ ਨੇੜੇ ਆਉਂਦਾ ਅਨੰਦਪੁਰ ਸਾਹਿਬ ਦੇ ਮਤੇ ਦਾ ਰੂਪ ਲੈ ਲੈਂਦਾ। ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਪੰਜਾਬ ਦੇ ਪੱਖ ਦੀਆਂ ਨੇ, ਅਤੇ ਜਿਸ ਦੇ ਵਿੱਚ ਪੰਜਾਬ ਦੇ ਭਲੇ ਦੇ ਲਈ ਹੀ ਜਿਹੜੀਆਂ ਸਾਰੀਆਂ ਗੱਲਾਂ, ਸਾਰੇ ਜੋ ਪੰਜਾਬ ਦੇ ਵਾਸੀ ਨੇ ਉਹਨਾਂ ਦੇ ਭਲੇ ਦੀਆਂ ਗੱਲਾਂ ਨੇ, ਪਰ ਉਹਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਜਾਂਦਾ, ਭੰਡਿਆ ਜਾਂਦਾ ਕਿ ਇਹ ਇੱਕ ਅਲਗਾਓਵਾਦ ਆ, ਇੱਕ ਟੈਰਰਿਜ਼ਮ ਆ, ਬਹੁਤ ਸਾਰੀਆਂ ਹੋਰ ਚੀਜ਼ਾਂ ਉਹ ਕਰੀਆਂ ਜਾਂਦੀਆਂ। ਅਤੇ ਉਸ ਵਕਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੇ ਨਕਸ਼ੇ ਦੇ ਉੱਤੇ ਉੱਭਰਦੇ ਆ, ਸਿੱਖ ਪੋਲੀਟਿਕਸ ਦੇ ਵਿੱਚ ਉੱਭਰਦੇ ਆ। ਸੰਤ ਜਰਨੈਲ ਸਿੰਘ ਹੋਰਾਂ ਨੇ ਚਮਤਕਾਰ ਇਹ ਕੀਤਾ ਕਿ ਜਿਹੜੀ ਰਵਾਇਤੀ ਅਕਾਲੀ ਲੀਡਰਸ਼ਿਪ ਸੀ, ਰਵਾਇਤੀ ਅਕਾਲੀ ਲੀਡਰਸ਼ਿਪ ਉਹ ਇੱਕ ਤਾਂ ਵੋਟ ਪ੍ਰਬੰਧ ਦੇ ਵਿੱਚ ਫਸ ਗਈ ਸੀ, ਅਤੇ ਇੱਕ ਉਸ ਦੇ ਵਿੱਚ ਜਿਹੜਾ ਕਮਜ਼ੋਰੀ ਆ ਗਈ ਸੀ ਕਿ ਉਹ ਜੋ ਖਾਲਸੇ ਦਾ ਜੋ ਪ੍ਰਭੂ ਸੱਤਾ ਸੰਪੰਨ ਇੱਕ ਦਾਅਵਾ ਗਾ, ਜੋ ਪਾਤਸ਼ਾਹੀ ਦਾ ਦਾਅਵਾ ਗਾ, ਉਸ ਤੋਂ ਉਹ ਵਿਖੜ ਗਈ ਸੀ। ਅਕਸਰ ਹੀ ਸਰਦਾਰ ਭਰਪੂਰ ਸਿੰਘ ਬਲਬੀਰ ਜਿਹੜੇ ਅਕਾਲੀ ਪੱਤਰਕਾਰ ਦੇ ਸੰਪਾਦਕ ਸਨ, ਉਹ ਲੈਕਚਰਾਂ ਦੇ ਵਿੱਚ ਇਹ ਜ਼ਿਕਰ ਕਰਿਆ ਕਰਦੇ ਸਨ ਕਿ ਅਕਾਲੀ ਦਲ ਦੇ ਸੰਵਿਧਾਨ ਦੀ, ਜਿਹੜਾ ਅਕਾਲੀ ਦਲ ਦਾ ਕਨਸਟੀਟਿਊਸ਼ਨ ਆ, ਉਹਦੇ ਜਿਹੜੇ ਵਿਧਾਨ ਦੀ ਧਾਰਾ ਆੜਾ, ਉਸ ਦੇ ਵਿੱਚ ਲਿਖਿਆ ਕਿ ਖਾਲਸੇ ਦੇ ਰਾਜਸੀ ਵਿਧਾਨ ਦੀ ਸਿਰਜਣਾ ਪ੍ਰਾਪਤੀ, ਜਿਹੜਾ ਮੋਟੋ ਹੈ ਅਕਾਲੀ ਦਲ, ਜਿਹੜਾ ਉਹਨਾਂ ਨੇ ਅਟੇਨ ਕਰਨਾ, ਭਾਵ ਕਿ ਜਿਹੜਾ ਉਹਨਾਂ ਦਾ ਏਮ ਆ, ਉਸ ਤੋਂ ਅਕਾਲੀ ਦਲ ਕਾਫੀ ਜ਼ਿਆਦਾ ਦੂਰ ਹੁੰਦਾ ਜਾਪਦਾ ਸੀ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਜੋ ਸੰਘਰਸ਼ ਸ਼ੁਰੂ ਕੀਤਾ, ਉਸ ਦੇ ਬਾਰੇ ਮੈਂ ਬੜੀ ਇੰਟਰਸਟਿੰਗ ਗੱਲ ਇੱਥੇ ਸਾਂਝੀ ਕਰਨੀ ਚਾਹੁੰਦਾ। ਸਰਦਾਰ ਕਰਮਜੀਤ ਸਿੰਘ ਨੇ, ਪੱਤਰਕਾਰ ਰਿਟਾਇਰ ਹੋਏ ਨੇ ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਨੇ ਸਾਂਝੀ ਕੀਤੀ ਸੀ ਕਿ ਇੱਕ ਵਾਰ ਕੋਈ ਜਿਹੜਾ ਗੋਰਾ ਜਰਨਲਿਸਟ ਉਹ ਇੰਟਰਵਿਊ ਕਰਨ ਆਇਆ ਕਿ ਅਸੀਂ ਸੰਤ ਜਰਨੈਲ ਸਿੰਘ ਡਿਫਰੈਂਟ ਕਿਸ ਤਰ੍ਹਾਂ ਦੇਖਦੇ ਹਾਂ, ਜਿਹੜੇ ਉਸ ਵਕਤ ਦੇ ਰਵਾਇਤੀ ਅਕਾਲੀ ਸੀ ਉਸ ਤਰ੍ਹਾਂ। ਸੋ ਉਹ ਇੰਟਰਵਿਊ ਉਸਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਕੀਤੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵੀ ਇੰਟਰਵਿਊ ਕੀਤੀ ਉਹਨਾਂ ਨੇ। ਸੋ ਬਾਅਦ ਦੇ ਵਿੱਚ ਕਰਮਜੀਤ ਸਿੰਘ ਨਾਲ ਉਹ ਗੋਰਾ ਗੱਲਾਂ ਕਰ ਰਿਹਾ ਸੀ, ਕਰਮਜੀਤ ਸਿੰਘ ਨੇ ਉੱਥੇ ਇੰਟਰਪ੍ਰੇਟਰ ਦਾ ਸਾਥ ਨਿਭਾਇਆ ਹੋ, ਜਿਸ ਤਰ੍ਹਾਂ ਉਹ ਮਿਲਿਆ ਜਿਹੜਾ ਗੋਰਾ ਜਰਨਲਿਸਟ ਸੀ। ਸੋ ਉਸਨੇ ਪੁੱਛਿਆ ਸਰਦਾਰ ਕਰਮਜੀਤ ਸਿੰਘ ਹੋਰਾਂ ਨੇ ਉਸਨੂੰ, ਗੋਰੇ ਪੱਤਰਕਾਰ ਨੂੰ, ਕਿ ਤੁਹਾਨੂੰ ਉਹਨਾਂ ਦੋਨਾਂ ਸੰਤਾਂ ਦੇ ਵਿੱਚ ਕੀ ਡਿਫਰੈਂਸ ਲੱਗਿਆ।
ਸੋ ਉਹਨੇ ਕਿਹਾ ਕਿ ਜਿਹੜਾ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਤਿੱਖੀ ਪੱਗ ਵਾਲਾ, ਉਹਨੇ ਕਿਹਾ ਕਿ ਉਹ ਜਿਹੜੀ ਸਾਰੀ ਸਿਚੁਏਸ਼ਨ ਆ, ਇਹ ਜਿਹੜਾ ਹੁਣ ਸਿੱਖਾਂ ਦਾ ਰਿਲੇਸ਼ਨ ਆ ਇਸ ਇੰਡੀਅਨ ਗਵਰਨਮੈਂਟ ਦੇ ਨਾਲ, ਉਹ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਗਾ, ਵੀ ਇਸ ਨੂੰ ਸਾਰੀ ਨੂੰ ਅੰਡਰਸਟੈਂਡ ਕਰਦਾ ਪੋਲੀਟੀਕਲੀ ਵੀ ਕੀ ਸਾਰਾ ਕੁਝ ਚੱਲ ਰਿਹਾ। ਉਹਨੇ ਕਿਹਾ ਕਿ ਇੱਕ ਡਿਪਲੋਮੈਟ, ਇੱਕ ਪੋਲੀਟੀਸ਼ੀਅਨ ਦੀ ਤਰ੍ਹਾਂ। ਸੋ ਉਹਨੇ ਕਿਹਾ ਅੱਛਾ, ਦੂਜਾ ਉਹਨੇ ਕਿਹਾ ਜਿਹੜਾ ਗੋਲ ਪੱਗ ਵਾਲਾ ਸੰਤ ਜਰਨੈਲ ਸਿੰਘ, ਉਹਨੇ ਕਿਹਾ ਕਿ ਉਹ ਇਸ ਨੂੰ ਸਮਝਦਾ ਨਹੀਂ ਆ, ਸਾਰੀ ਪੋਲੀਟੀਕਲ ਜਿਹੜੀ ਇਹ ਚੱਲ ਰਹੀ ਆ, ਉਹ ਜਿਹੜਾ ਸਾਰਾ ਇਹ ਧੱਕਾ ਹੋ ਰਿਹਾ, ਉਹ ਅਸਲ 'ਚ ਇਹਨੂੰ ਫੀਲ ਕਰਦਾ, ਉਹਨੂੰ ਮਹਿਸੂਸ ਕਰਦਾ ਵੀ ਸਾਡੇ ਨਾਲ ਇਹ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਉੱਥੇ ਉਹਨੇ ਜਿਹੜਾ ਕਮੈਂਟ ਕੀਤਾ ਉਹ ਬਹੁਤ ਇੰਟਰਸਟਿੰਗ ਆ। ਉਹ ਕਹਿੰਦਾ ਵੀ ਜਿਹੜਾ ਇਹ ਫੀਲ ਕਰਦਾ ਹੀ ਵਿਲ ਡਾਈ ਸੂਨ। ਸੋ ਉਹਨੇ ਪ੍ਰੋਡਕਸ਼ਨ ਕੀਤੀ ਵੀ ਜਿੰਨੀ ਇਹ ਸ਼ਿੱਦਤ ਦੇ ਨਾਲ ਇਸ ਨੂੰ ਦੁੱਖ ਲੜ ਰਿਹਾ ਹੈ, ਸੋ ਇਹ ਉਹਨੇ ਚਲੋ ਡਾਈ ਕਰਿਆ ਵੀ ਸ਼ਹਾਦਤ ਪ੍ਰਾਪਤ ਕਰੇਗਾ। ਸੋ ਅੱਗੇ ਜਿਹੜੀ ਉਹਨੇ ਗੱਲ ਕਹੀ ਉਹ ਹੋਰ ਵੀ ਕਾਫੀ ਜ਼ਿਆਦਾ ਦਿਲਚਸਪ ਆ। ਉਹਨੇ ਕਿਹਾ ਕਿ ਇਹ ਮੈਨੂੰ 18ਵੀਂ ਸਦੀ ਦੇ ਕਿਸੇ ਸਿੰਘਾਂ ਦਾ ਰੂਪ ਲੱਗ ਰਿਹਾ, ਵੀ ਕੋਈ 18ਵੀਂ ਸਦੀ ਦਾ ਸਿੱਖ ਤੁਹਾਡੇ 'ਚ ਹੋਣ ਆ ਗਿਆ, ਵੀ ਇਸ ਨੇ ਜੋ ਉਸ ਵਕਤ ਮੋਡਰਨਿਟੀ ਦਾ ਸਿਸਟਮ ਸੀ, ਜਿਹਨੂੰ ਆਪਾਂ ਆਧੁਨਿਕਤਾ ਕਹਿ ਦਿੰਦੇ ਹਾਂ, ਆਧੁਨਿਕਤਾ ਦੇ ਵਿੱਚ ਡੈਮੋਕ੍ਰੇਸੀ ਨਿਕਲੀ, ਇਹਦਾ ਸਾਰਾ ਸਿਸਟਮ ਨਿਕਲਿਆ, ਜਿਹੜਾ ਸਟੇਟ ਆ ਉਹਨੂੰ ਬਹੁਤ ਡਿਵਾਈਨ ਮੰਨ ਲਿਆ ਗਿਆ ਕਿ ਸਟੇਟ ਤੁਹਾਡੇ ਲਈ ਵੈਲਫੇਅਰ ਕਰਦੀ ਆ, ਸਾਰਾ ਆਧੁਨਿਕ ਦਾ ਸਿਸਟਮ ਸੀ। ਸੰਤ ਜਰਨੈਲ ਸਿੰਘ ਨੂੰ ਬਹੁਤ ਡੀਪਲੀ ਮਹਿਸੂਸ ਤਾਂ ਕਰਦੇ ਸੀ, ਸਮਝਦੇ ਵੀ ਸੀ। ਸੋ ਸੰਤ ਸਿੱਖ ਪੰਥ ਨੂੰ ਵੀ ਇਹ ਗੱਲ ਪੂਰੀ ਜਚਾ ਵੀ ਗਏ ਅਤੇ ਜਚਾਉਣੀ ਵੀ ਚਾਹੁੰਦੇ ਸੀ ਕਿ ਜਿਹੜਾ ਪਰਮ ਸੱਤਾ ਗਈ, ਜਿਹਨੂੰ ਅਸੀਂ ਡਿਵਾਈਨ ਸਟੇਟ ਕਹਿ ਦਿੰਦੇ ਹਾਂ, ਉਹ ਸਭ ਤੋਂ ਉੱਪਰ ਆ। ਸੋ ਉਸ ਦੀ ਆਪਾਂ ਜੇ ਸਪਸ਼ਟ ਉਦਾਹਰਨ ਲੈਣੀ ਹੋਵੇ ਕਿ ਜਦੋਂ 1978 ਦਾ ਸਾਕਾ ਹੁੰਦਾ ਗਾ, ਜਦੋਂ 1978 ਦੀ ਵਿਸਾਖੀ ਨੂੰ ਜਿਹੜੇ ਨਿਰੰਕਾਰੀ ਨੇ ਉਹਨਾਂ ਦੇ ਵੱਲੋਂ ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿਹੜੀ ਸਟੇਟਮੈਂਟ ਆ ਉਹ ਬਹੁਤ ਵਿਲੱਖਣ ਆ ਉਸ ਤੋਂ ਪਹਿਲਾਂ ਅਕਾਲੀਆਂ ਤੋਂ। ਸੰਤ ਜਰਨੈਲ ਸਿੰਘ ਦੇ ਮਨ ਦੇ ਉੱਤੇ ਕੋਈ ਮੋਡਰਨਿਟੀ ਦਾ ਪ੍ਰਭਾਵ ਨਹੀਂ ਆ, ਕੋਈ ਸਟੇਟ ਦਾ ਪ੍ਰਭਾਵ ਨਹੀਂ ਆ। ਸੰਤ ਜਰਨੈਲ ਸਿੰਘ ਕਹਿੰਦੇ ਆ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਰਕਾਰ ਸਾਡੇ ਕੋਲ ਪੇਸ਼ ਕਰੇ, ਅਸੀਂ ਅਕਾਲ ਤਖਤ ਦੇ ਉੱਤੇ ਸਿੱਖ ਰਵਾਇਤਾਂ ਅਨੁਸਾਰ ਇਹਨਾਂ ਨੂੰ ਸਜ਼ਾ ਦੇਵਾਂਗੇ। ਹੁਣ ਇਹ ਗੱਲ ਕਹਿਣੀ ਉਸ ਜੋ ਇੰਡੀਅਨ ਮਾਡਰਨ ਸਟੇਟ ਆਪਣੇ ਆਪ ਨੂੰ ਕਹਾ ਰਹੀ ਹੈ, ਜਿਸ ਦੀ ਉਸ ਵਕਤ ਏਸ਼ੀਆ ਦੀ ਪਟਰਾਣੀ ਜੋ ਇੰਦਰਾ ਗਾਂਧੀ ਆਪਣੇ ਆਪ ਨੂੰ ਕਹਾਉਂਦੀ ਸੀ, ਇੰਦਰਾਜ਼ ਇੰਡੀਆ ਇੰਦਰਾ ਜੋ ਕਹਾਉਂਦੀ ਸੀ, ਵੀ ਇਹ ਬਹੁਤ ਅਹੰਕਾਰ ਦੇ ਵਿੱਚ ਇੱਕ ਪੋਲੀਟੀਸ਼ੀਅਨ ਉਹ ਵਿਚਰ ਰਹੀ ਸੀ। ਸੋ ਉਸ ਨੂੰ ਲੱਗਿਆ ਕਿ ਇਹ ਕੀ ਗੱਲ ਕਰ ਰਿਹਾ, ਇਹ ਨਾ ਕੋਈ ਕਾਨੂੰਨ ਦੀ ਨਾ ਦੇਸ਼ ਦੀ, ਇਹ ਕਿੱਥੋਂ ਦੀ ਇਹ ਸੋਚ ਕਿੱਥੋਂ ਆ ਗਈ ਇਹਦੇ, ਵੀ ਇਹ ਸਰਕਾਰ ਤੋਂ ਇੰਨਾ ਬਾਗੀ ਵੀ ਕਿਵੇਂ ਸੋਚ ਰਿਹਾ। ਸੋ ਇਹ ਗੱਲ ਫਿਰ ਉੱਥੇ ਜਾ ਕੇ ਜੁੜ ਜਾਂਦੀ ਆ 18ਵੀਂ ਸਦੀ ਦੇ ਸਿੰਘਾਂ ਦੇ ਨਾਲ ਤੋਂ ਪੁਰਾਤਨ ਖਾਲਸੇ ਦੇ ਨਾਲ, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਜੋ ਖਾਲਸੇ ਦਾ ਇੱਕ ਨਿਰਭਉ ਤੇ ਨਿਰਵੈਰ ਹੋ ਕੇ ਜਿਉਣ ਵਾਲਾ ਜੀਵਨ ਆ, ਉਸ ਦੇ ਵਿੱਚ ਰੂਹ ਫੂਕ ਦਿੱਤੀ ਸੀ। ਸੋ ਸਭ ਤੋਂ ਵੱਡੀ ਜਿਹੜੀ ਗੱਲ ਸਰਕਾਰ ਦੇ ਲਈ ਜਿਹੜੀ ਡਰ ਵਾਲੀ ਸੀ ਉਹ ਇਹ ਸੀ ਕਿ ਸਿੱਖਾਂ ਦੇ ਵਿੱਚ ਇਸ ਸੰਤ ਨੇ ਰੂਹ ਤਾਂ ਫੂਕ ਹੀ ਦਿੱਤੀ ਹੈ ਨਵੀਂ, ਹੁਣ ਜਿਹੜਾ ਪਾਤਸ਼ਾਹੀ ਦਾ ਦਾਅਵਾ ਹੈਗਾ ਉਹ ਵੀ ਦ੍ਰਿੜ ਹੋਵੇਗਾ। ਸੋ ਜਦੋਂ ਪਾਤਸ਼ਾਹੀ ਦਾ ਦ੍ਰਿੜ ਹੋਵੇਗਾ ਦਾਅਵਾ, ਜੋ ਖਾਲਸਾ ਹੈਗਾ ਉਹ ਸਰਬੱਤ ਦੇ ਭਲੇ ਦਾ ਰਾਜ ਚਾਹੁੰਦਾ ਗਾ। ਸੋ ਸਰਬੱਤ ਦੇ ਭਲੇ ਦੇ ਰਾਜ ਦੇ ਵਿੱਚ ਜਿਹੜਾ ਬ੍ਰਹਿਮਣੀਕਲ ਸਿਸਟਮ ਆ ਉਹ ਸਰਵਾਈਵ ਨਹੀਂ ਕਰ ਸਕਦਾ, ਉਹ ਬਿਲਕੁਲ ਉਹਦੇ ਓਪੋਜਿਟ ਆ। ਜਿਹੜਾ ਸਰਬੱਤ ਦੇ ਭਲੇ ਦਾ ਰਾਜ ਆ ਉਹ ਸੂਰਜ ਵਰਗਾ ਇੱਕ ਚਾਨਣ ਆ, ਤੋਂ ਜਿਹੜਾ ਬ੍ਰਹਿਮਣੀਕਲ ਸਿਸਟਮ ਆ ਉਹ ਇੱਕ ਬਹੁਤ ਘੁੱਪ ਹਨੇਰਾ ਗਾ। ਉਸ ਦੇ ਵਿੱਚ ਹਨੇਰੇ ਦੇ ਵਿੱਚ ਹਰ ਇੱਕ ਜਿਹੜਾ ਨੈਗੇਟਿਵ ਪਰਸਪੈਕਟਿਵ ਆ ਉਹਦੇ ਵਿੱਚ ਉਹ ਉੱਭਰਦਾ ਗਾ, ਅਤੇ ਜਿਹੜਾ ਮਾਨਵਤਾ ਨੂੰ ਉਹ ਦੁਖੀ ਕਰਦਾ। ਸੋ ਇਸ 5 ਸਦੀਆਂ ਦੇ ਵੈਰ ਕਰਕੇ ਜਿਹੜਾ ਉਹਨਾਂ ਦਾ ਚੱਲਿਆ ਆ ਰਿਹਾ ਸੀ, ਉਸ ਨੂੰ ਕੱਢਣ ਦੇ ਲਈ ਅਖੀਰ ਦੇ ਉੱਤੇ ਆ ਕੇ ਉਹਨਾਂ ਨੇ ਫਿਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਜਿਹੜਾ ਸਮੁੱਚੇ ਰੂਪ ਦੇ ਵਿੱਚ ਸਿੱਖ ਪੰਥ ਦੇ ਲਈ ਉਸ ਵਕਤ ਅਸਹਿ ਸੀ। ਉਸ ਤੋਂ ਬਾਅਦ ਸੋ ਸਾਡਾ ਉਹਦੇ ਬੰਨਿਓ ਵੱਡਾ ਰਿਸਪੌਂਡ ਵੀ ਹੋਇਆ, ਉਸ ਦੇ ਇਤਿਹਾਸ ਤੋਂ ਆਪਾਂ ਸਾਰੇ ਜਾਣੂ। ਮੈਂ ਮਾਫੀ ਚਾਹੁੰਦਾ, ਗੱਲ ਥੋੜ੍ਹੀ ਮੈਂ ਲੰਬੀ ਕਰ ਗਿਆ। ਹਾਂਜੀ, ਹੁਣ ਅੱਜ 2020 36 ਸਾਲ ਹੋ ਗਏ ਨੇ ਜੀ ਜੋ ਸਾਡੇ ਸਿੱਖ ਪੰਥ ਨਾਲ ਘੱਲੂਘਾਰਾ ਹੋਇਆ ਸੀ, ਜਿਹੜੀ ਹਿੰਦ ਸਰਕਾਰ ਨੇ ਜਿਹੜੇ ਰਿਸਪੋਂਸੀਬਲ ਸੀਗੇ, ਜਿਹੜੇ ਜ਼ਿੰਮੇਵਾਰ ਸੀਗੇ। 36 years later ਅੱਗੇ ਆਪਾਂ ਆਏ ਹਾਂ
ਅਸੀਂ ਕੀ ਅਚੀਵ ਕੀਤਾ ਹੈ। ਜੋ ਵਿਜ਼ਨ, ਜੋ ਇੱਕ ਵਿਜ਼ਨ ਸਾਡੇ ਬਜ਼ੁਰਗਾਂ ਨੇ ਲੈ ਕੇ ਤੁਰੇ ਸੀ, ਆਪਾਂ ਕਹਿ ਲਈਏ 500 ਸਾਲ ਪਹਿਲਾਂ, ਜਾਂ ਜੋ ਸੰਤ ਜੀ ਨੇ ਲੈ ਕੇ ਜਿਹੜੇ ਅੱਗੇ ਵਧੇ ਸੀ, ਅਸੀਂ ਕਿੱਥੇ ਤੱਕ ਪਹੁੰਚੇ ਅੱਜ 36 years later? ਕਿੱਥੇ ਅਸੀਂ, ਵੇਅਰ ਡੂ ਵੀ ਸਟੈਂਡ? ਕੀ ਆਪਾਂ ਅਚੀਵ ਕਰ ਲਿਆ ਅਤੇ ਕੀ ਤੁਹਾਨੂੰ ਲੱਗਦਾ ਕਿ ਅਸੀਂ ਨੇੜੇ 'ਚ ਅਸੀਂ ਕਰ ਸਕਦੇ ਹੋਰ ਅਚੀਵ? ਜਦੋਂ ਅਸੀਂ ਕੌਮਾਂ ਦੇ ਇਤਿਹਾਸ ਦਾ ਜਾਂ ਕੌਮਾਂ ਦੇ ਸੰਘਰਸ਼ ਦਾ ਲੇਖਾ ਜੋਖਾ ਕਰਦੇ ਹਾਂ, ਸੋ ਉਸ ਦੇ ਵਿੱਚ ਜਿਹੜਾ ਸਮਾਂ ਗਾ ਉਹ ਨਹੀਂ ਦੇਖਿਆ ਜਾਂਦਾ, ਜਾਂ ਬਹੁਤ ਨੇੜੇ ਦੇ ਸਮੇਂ ਦੇ ਵਿੱਚ ਨਹੀਂ ਦੇਖਿਆ ਜਾਂਦਾ। ਹਜੇ 36 ਕੁ ਵਰ੍ਹੇ ਸਾਨੂੰ ਹੋਏ ਨੇ ਇਸ ਘੱਲੂਘਾਰੇ ਨੂੰ। ਸੋ ਕੌਮਾਂ ਦੇ ਇਤਿਹਾਸ ਦੇ ਵਿੱਚ ਜਿਹੜੇ 36 ਵਰ੍ਹੇ ਨੇ ਬਹੁਤ ਥੋੜ੍ਹਾ ਸਮਾਂ ਹੁੰਦਾ, 36 ਕੁ ਦਿਨਾਂ ਵਰਗਾ ਹੀ ਹੁੰਦਾ। ਸੋ ਕੌਮਾਂ ਦੇ ਇਤਿਹਾਸ ਦੇ ਵਿੱਚ ਇੱਕ ਸਦੀ ਵੀ ਕਈ ਵਾਰੀ ਇੱਕ ਦਿਨ ਵਰਗੀ ਹੀ ਹੁੰਦੀ ਆ। ਸੋ ਪਰ ਇਸ 36 ਕੁ ਸਾਲਾਂ ਦੇ ਵਿੱਚ ਅਸੀਂ ਜਿਹੜੇ ਸਾਡੀ ਪੁਰਾਤਨ ਸਿੱਖੀ ਆ, ਉਸ 'ਤੇ ਬਹੁਤ ਸਾਰੇ ਨਜ਼ਾਰੇ ਅਸੀਂ ਦੇਖੇ ਨੇ। ਜੇਕਰ ਅਸੀਂ ਉਹਦੇ ਮੋਟਾ ਉਹਦੇ ਉੱਤੇ ਨਿਗਾਹ ਮਾਰਨੀ ਹੋਵੇ ਕਿ ਇਸ 36 ਸਾਲਾਂ ਦੇ ਵਿੱਚ ਸਾਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਰਗੇ ਇੱਕ ਜਿਹੜੀ ਮਹਾਨ ਰੂਹ ਮਿਲੀ, ਜਿਸ ਨੇ ਸਾਡੇ ਵਿੱਚ ਸਿੱਖੀ ਫੂਕੀ, ਦੁਬਾਰੇ ਸਿੱਖੀ ਨੂੰ ਸਾਡੇ ਹਰਿਆ ਭਰਿਆ ਕੀਤਾ, ਸਾਡੀ ਰੂਹ ਨੂੰ ਉੱਪਰ ਚੱਕਿਆ ਸੰਤ ਜਰਨੈਲ ਸਿੰਘ ਹੋਰਾਂ ਨੇ। ਅਤੇ ਉਸ ਤੋਂ ਬਾਅਦ ਜੋ ਸੰਘਰਸ਼ ਯੋਧਿਆਂ ਦੇ ਵੱਲੋਂ ਲੜਿਆ ਗਿਆ, ਉਸ ਵਕਤ ਦਾ ਜੋ ਓਪਰੈਸ਼ਨ ਸੀ ਇੰਡੀਅਨ ਸਟੇਟ ਦੇ ਵੱਲੋਂ, ਸੋ ਉਹ ਵੀ ਉਸ ਦੀ ਮਿਸਾਲ ਦੁਨੀਆ ਦੇ ਉੱਤੇ ਕਿਤੇ ਨਹੀਂ ਮਿਲਦੀ ਆ। ਉਸ ਦੇ ਬਾਰੇ ਜੇਕਰ ਆਪਾਂ ਥੋੜ੍ਹਾ ਜਿਹਾ ਜਿਹੜੇ ਯੁੱਧ ਨਜ਼ਰੀਏ ਤੋਂ ਦੇਖਣਾ ਹੋਵੇ ਕਿ ਇੰਨੀ ਫਲੈਟ ਲੈਂਡ ਦੇ ਵਿੱਚ ਇਸ ਤਰ੍ਹਾਂ ਜਿਹੜੀ ਗੁਰੀਲਾ ਵਾਰ ਆ, ਉਹ ਲੜਨੀ ਬਹੁਤ ਜ਼ਿਆਦਾ ਔਖੀ ਆ। ਜੇਕਰ ਉਹ ਸਿਰਫ ਜੰਗਲਾਂ ਦੇ ਵਿੱਚ ਲੜੀ ਜਾ ਰਹੀ ਹੋਵੇ, ਉਹਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਮਿਲਦੀ ਆ ਵਿਪਣਗਾ ਬਣਾਉਣ ਦੇ ਵਿੱਚ ਜਿਹੜੇ ਗੁਰੀਲਾ ਫਾਈਟਰਸ ਹੁੰਦੇ ਆ। ਪਰ ਦੁਨੀਆ ਦੇ ਜਿਹੜੇ ਵੱਡੇ ਬੰਦੇ ਨੇ ਜਾਂ ਜਿਹੜੇ ਫਾਈਟਰ ਨੇ, ਉਹ ਵੀ ਦੇਖ ਕੇ ਦੰਗ ਰਹਿ ਜਾਂਦੇ ਆ ਕਿ ਬਹੁਤ ਥੋੜ੍ਹੇ ਜਿਹੇ ਰਿਸੋਰਸਿਸ ਦੇ ਨਾਲ ਜੋ ਇਹਨਾਂ ਨੇ ਆਪਣੀ ਸਰਵਾਈਵਲ ਦੀ ਜੰਗ ਲੜੀ, ਜੋ ਉਸ ਵਕਤ ਦੇ ਜੁਝਾਰੂਆਂ ਨੇ, ਇਹ ਲਾ ਮਿਸਾਲ ਸੀ। ਇਹ ਸਾਡੀ 18ਵੀਂ ਸਦੀ ਤੋਂ ਬਾਅਦ ਵਗਦੀ ਕਿ ਇੱਕ ਵੱਡੀ ਪ੍ਰਾਪਤੀ ਸੀ। ਭਾਵੇਂ ਕਿ ਵਿੱਚ ਸਾਨੂੰ ਥੋੜ੍ਹੇ ਇਹਦੇ ਜਿਹੜੇ ਨਿਸ਼ਾਨ ਮਿਲਦੇ ਰਹਿੰਦੇ ਆ ਜਦੋਂ ਅਸੀਂ ਤਵਾਰੀਖ ਦੇ ਵਿੱਚ ਜਾਂਦੇ ਹਾਂ, ਜਿਹਦੇ ਵਿੱਚ ਬੱਬਰ ਅਕਾਲੀ ਲਹਿਰ ਆ ਜਾਂ ਹੋਰ ਸਿੰਘ ਵੀ ਲੜੇ ਆ, ਸਾਨੂੰ ਨਿਸ਼ਾਨ ਉਹਦੇ ਮਿਲਦੇ ਰਹਿੰਦੇ ਆ। ਪਰ 10 ਸਾਲ ਲਗਾਤਾਰ ਦੁਨੀਆ ਦੀ ਚੌਥੀ ਵੱਡੀ ਜਿਹੜੀ ਸਟੇਟ ਆ, ਉਸ ਦੇ ਨਾਲ ਇਸ ਤਰ੍ਹਾਂ ਜੰਗ ਲੜਨਾ, ਇਹ ਸਾਡੀ ਬਹੁਤ ਹੀ ਵੱਡੀ ਜਿਹੜੀ ਪ੍ਰਾਪਤੀ ਸੀ। ਉਸ ਤੋਂ ਬਾਅਦ ਆਪਾਂ ਦੇਖੀਏ, ਜਦੋਂ ਮੂਵਮੈਂਟਾਂ ਖਤਮ ਹੁੰਦੀਆਂ ਨੇ ਅਤੇ ਸਟੇਟ ਦੇ ਵੱਲੋਂ ਆਪਣੇ ਢੰਗ ਤਰੀਕੇ ਵਰਤ ਕੇ ਬਹੁਤ ਸਾਰੇ ਜਿਹੜੇ ਨਵੇਂ ਵਿਚਾਰ ਲਿਆਂਦੇ ਜਾਂਦੇ ਨੇ ਸਮਾਜ ਦੇ ਵਿੱਚ। 95 ਦੇ ਵਿੱਚ ਜਦੋਂ ਸਿੱਖ ਲਹਿਰ ਖਤਮ ਹੁੰਦੀ ਆ, ਉਸ ਵਕਤ ਇੰਡੀਅਨ ਸਟੇਟ ਦੇ ਵੱਲੋਂ ਜਿਹੜਾ KPS ਗਿੱਲ ਉਸ ਵਕਤ ਪੰਜਾਬ ਦਾ ਪੁਲਿਸ ਮੁਖੀ ਸੀ ਅਤੇ ਮੁੱਖ ਮੰਤਰੀ ਸੀ ਬੇਅੰਤ, ਜਿਸ ਨੂੰ ਕਿਉਂਕਿ ਉਹ ਬੁੱਚੜ ਦਾ ਰੋਲ ਨਿਭਾ ਰਿਹਾ ਸੀ, ਨੂੰ ਬੇਅੰਤਾ ਬੁੱਚੜ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ ਹੈ। ਉਸ ਵਕਤ ਉਹਨਾਂ ਦੇ ਵੱਲੋਂ ਇੱਕ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ, ਆਪਰੇਸ਼ਨ ਨਾਈਟ ਡੋਮੀਨੈਂਸ। ਸੋ ਆਪਰੇਸ਼ਨ ਨਾਈਟ ਡੋਮੀਨੈਂਸ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਜਿਹੜਾ ਬਹੁਤ ਹੀ ਅਸੱਭਿਅਕ ਜਿਹਾ ਕਲਚਰ ਲਿਆਂਦਾ, ਜਿਹੜਾ ਦਾਰੂ ਸ਼ਰਾਬ ਦਾ ਕਲਚਰ, ਜਿਹੜਾ ਖੁੱਲ੍ਹੇ ਅਖਾੜਿਆਂ ਗੰਦੇ ਗੀਤਾਂ ਦਾ ਕਲਚਰ, ਉਹ ਉਹਨਾਂ ਨੇ ਪੁਲਿਸ ਦੀ ਦੇਖ ਰੇਖ ਹੇਠ ਲਵਾਉਣੇ ਸ਼ੁਰੂ ਕੀਤੇ। ਜਦੋਂ ਵੀ ਕੌਮਾਂ ਕੋਈ ਵੱਡੇ ਸੰਘਰਸ਼ ਲੜਦੀਆਂ ਨੇ, ਉਸ ਤੋਂ ਬਾਅਦ ਫਿਰ ਉਹ ਸੰਘਰਸ਼ਾਂ ਦਾ ਅਨੈਲਿਸਿਸ ਕੀਤਾ ਜਾਂਦਾ ਗਾ, ਉਹ ਜਾਂ ਕੋਈ ਵੱਡੀ ਲੜਾਈ ਹੁੰਦੀ ਆ, ਉਸ ਤੋਂ ਬਾਅਦ ਉਹਦਾ ਅਨੈਲਿਸਿਸ ਕੀਤਾ ਜਾਂਦਾ ਗਾ। ਦੁਨੀਆ ਬਦਲਦੀ ਆ, ਜਿਹੜੀਆਂ ਜਨਰੇਸ਼ਨਸ ਨੇ ਅਗਲੀਆਂ ਬਦਲਦੀਆਂ ਨੇ, ਉਸ ਅਨੈਲਿਸਿਸ ਤੋਂ ਸੇਧ ਲੈ ਕੇ ਉਹ ਫਿਰ ਅੱਗੇ ਆਪਣਾ ਭਵਿੱਖ ਸਵਾਰਦੀਆਂ ਨੇ। ਪਰ ਸਾਡੇ ਜਿਹੜੇ 1995 ਤੋਂ ਲੈ ਕੇ ਆਪਾਂ 2010-5 ਤੱਕ ਦੇ ਜਿਹੜੇ ਇਹ ਇੱਕ ਦਹਾਕੇ ਦਾ ਸਾਲ ਵਾਲੀ, ਇਸ ਵਕਤ ਜਿਹੜਾ ਉਹ ਗੰਦਾ ਕਲਚਰ ਆ, ਉਹ ਬਹੁਤ ਜ਼ਿਆਦਾ ਚਲਾਇਆ ਗਿਆ ਉਹਨਾਂ ਦੇ ਵੱਲੋਂ ਬੜੇ ਜ਼ੋਰਦਾਰ ਤਰੀਕੇ ਦੇ ਨਾਲ। ਸੋ ਉਦੋਂ ਸਾਡੀ ਜਿਹੜੀ ਮੂਵਮੈਂਟ ਦੀ ਕਮਾਈ ਸੀ, ਜੋ ਉਸ ਨੂੰ ਕਾਫੀ ਜ਼ਿਆਦਾ ਉਹਨਾਂ ਦੇ ਵੱਲੋਂ ਡਾਊਨ ਕੀਤਾ ਗਿਆ। ਪੰਜਾਬ ਦੇ ਵਿੱਚ ਜਿਹੜਾ ਨਸ਼ਾ ਗਾ, ਉਹ ਸਪਲਾਈ ਕੀਤਾ ਗਿਆ। ਉਸ ਨਸ਼ੇ ਦੇ ਵਿੱਚ ਪੈ ਕੇ ਗੱਭਰੂਆਂ ਨੇ ਜਿਹੜਾ ਇੱਕ ਅਨੈਲਿਸਿਸ ਕਰਨਾ ਸੀ ਕਿ ਸਾਡੇ ਨਾਲ ਕੀ ਹੋਇਆ, ਜਿਹੜੇ ਸਾਡੇ ਭਰਾਵਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਅਸੀਂ ਉਹਨੂੰ ਕਿਵੇਂ ਦੁਨੀਆ ਦੇ ਪੱਧਰ ਦੇ ਉੱਤੇ ਹਿਊਮਨ ਰਾਈਟਸ ਦੇ ਲੈਵਲ ਦੇ ਉੱਤੇ ਲੈ ਕੇ ਜਾਣਾ। ਉਹਨਾਂ ਨੇ ਉੱਧਰ ਵੱਲ ਧਿਆਨ ਨਾ ਦਿੱਤਾ, ਕਿਉਂਕਿ ਉਹਨਾਂ ਨੂੰ ਟਰੈਪ ਦੇ ਵਿੱਚ ਇੰਡੀਅਨ ਸਟੇਟ ਨੇ ਫਸਾ ਲਿਆ ਸੀ।
ਉੱਥੇ ਸਾਡੀ ਜਿਹੜੀ ਸਾਨੂੰ ਫਿਰ ਥੋੜ੍ਹਾ ਸਾਨੂੰ ਅਸੀਂ ਕਈ ਵਾਰੀ ਢਹਿੰਦੀ ਕਲਾ ਵਿੱਚ ਵੀ ਹੋ ਜਾਂਦੇ ਉਹ ਸਾਰਾ ਦੇਖ ਕੇ ਕਿ ਉਹ ਸਾਡਾ ਜਿਹੜਾ ਸਮਾਂ ਗਾ ਪਰ ਉਹ ਬਹੁਤ ਜ਼ਿਆਦਾ ਥੱਲੇ ਗਿਆ। ਪਰ ਸਭ ਕੁਛ ਜਿਹੜਾ ਕਦੇ ਜਿਹੜੀ ਦੁਨਿਆਵੀ ਸਟੇਟ ਹੁੰਦੀ ਆ ਉਹਦੇ ਹੱਥ ਨਹੀਂ ਹੁੰਦਾ, ਉਹ ਜਿਹੜੀ ਡਿਵਾਈਨ ਸਟੇਟ ਆ, ਜਿਹੜੀ ਪਰਮ ਸੱਤਾ ਉਹਦੇ ਹੱਥ ਦੇ ਵਿੱਚ ਹੁੰਦਾ। ਜਿਉਂ ਹੀ ਅਸੀਂ ਦੇਖਦੇ ਕਿ ਜਿਉਂ ਟੈਕਨੋਲੋਜੀ ਦਾ ਜਿਹੜਾ ਯੁੱਗ ਆਉਣਾ ਸ਼ੁਰੂ ਹੋਇਆ, ਸਾਡੇ ਗੱਭਰੂਆਂ ਦੇ ਵਿੱਚ ਦੁਬਾਰੇ ਜਿਹੜੀ ਚੇਤਨਤਾ ਆਉਣੀ ਸ਼ੁਰੂ ਹੋਈ ਆ। ਭਾਵੇਂ ਹੁਣ ਵੀ ਅਸੀਂ ਦੇਖੀਏ ਜੇ 2005 ਤੋਂ ਲੈ ਕੇ 2010 ਦੇ ਵਿੱਚ ਦੇਖੀਏ, ਉਹਦੇ ਵਿੱਚ ਨਾਲ ਦੀ ਨਾਲ ਇੱਕ ਜਿਹੜਾ ਅਸੱਭਿਅਕ ਕਲਚਰ ਵੀ ਚੱਲਦਾ ਰਿਹਾ, ਜਿਹੜਾ ਢੋਲ ਢਮੱਕੇ ਵਾਲਾ ਜਾਂ ਜਿਹੜਾ ਗਾਉਣ ਵਜਾਉਣ ਵਾਲਾ ਗੰਦੇ ਕਲਚਰ ਵਾਲਾ। ਸੋ ਇਹ ਆਪਾਂ ਦੇਖੀਏ ਕਿ ਜਿਹੜਾ ਇਹ 95 ਤੋਂ ਲੈ ਕੇ 2005 ਤੱਕ ਦਾ ਜਿਹੜਾ ਦੌਰ ਰਿਹਾ ਅਤੇ 2005 ਤੋਂ 15 ਤੱਕ ਦਾ ਦੌਰ, ਇਹਦੇ ਵਿੱਚ ਮੀਡੀਆ ਨੇ ਵੀ ਕਾਫੀ ਜ਼ਿਆਦਾ ਰੋਲ ਨਿਭਾਇਆ ਇਸ ਕਲਚਰ ਨੂੰ ਫੈਲਾਉਣ ਦਾ। ਭਾਵੇਂ ਕਿ ਪਹਿਲੇ 95 ਤੋਂ ਲੈ ਕੇ 2005 ਤੱਕ ਜ਼ਿਆਦਾਤਰ ਜਿਹੜਾ ਦੂਰਦਰਸ਼ਨ ਆ ਜਾਂ ਡਿਸ਼ TV ਹੈ ਜਾਂ ਇਸ ਤਰ੍ਹਾਂ ਦੇ ਮੀਡੀਆ ਨੇ, ਉਸ ਤੋਂ ਬਾਅਦ ਜਿਉਂ-ਜਿਉਂ ਮੀਡੀਆ ਵੱਧਦਾ ਗਿਆ ਉਹਨਾਂ ਨੇ ਵੀ ਆਪਣਾ ਜ਼ੋਰ ਲਾਉਂਦੇ ਰਹੇ ਕਿ ਇਸ ਨੂੰ ਲਿਆਈਏ। ਪਰ ਇਹਦੇ ਵਿੱਚ ਜਿਹੜਾ ਸਿੱਖਾਂ ਨੇ ਵੀ ਥੋੜ੍ਹਾ ਬਹੁਤ ਸਥਾਨ ਬਣਾਉਣਾ ਸ਼ੁਰੂ ਕਰ ਦਿੱਤਾ। ਪਰ ਮੀਡੀਆ ਦੇ ਵਿੱਚ ਪਹਿਲਾਂ 1984 ਤੋਂ ਲੈ ਕੇ 1995 ਤੱਕ ਜਿਹੜਾ ਸਰਕਾਰ ਦੀ ਮਸ਼ੀਨਰੀ ਵਾਲਾ ਜਿਹੜਾ ਮੀਡੀਆ ਸੀ, ਉਹਨੇ ਕਾਫੀ ਜ਼ਿਆਦਾ ਸਾਡਾ ਜਿਹੜਾ ਆਪਾਂ ਕਹਦੇ ਕਿ ਨੁਕਸਾਨ ਵੀ ਕੀਤਾ, ਕਿਉਂਕਿ ਸਾਡੇ ਹੱਥ ਬਸ ਕੁਝ ਨਹੀਂ ਸੀਗਾ। ਜਿਹੜਾ ਤੁਸੀਂ ਕਿਹਾ ਕਿ ਸੋਸ਼ਲ ਮੀਡੀਆ ਦੇ ਥਰੂ ਹੁਣ ਅਸੀਂ ਜਾਗਰੂਕਤਾ ਆ ਰਹੀ ਥੋੜ੍ਹੀ ਜਿਹੀ, ਕਿਉਂਕਿ ਅਸੀਂ ਇੱਕ ਦੂਜੇ ਨੂੰ ਆਪਣਾ ਦਰਦ ਸਮਝਾ ਸਕਦੇ ਹਾਂ ਕਿ ਵੇਖੋ ਸਾਡੇ ਨਾਲ ਕੀ ਹੋਇਆ ਪੁਰਾਣਾ ਪਿੱਛੇ। ਤੁਸੀਂ ਮੀਡੀਆ ਦੀ ਗੱਲ ਕੀਤੀ ਹੈ, ਮੀਡੀਆ ਦਾ ਕੀ ਇੰਨਾ ਵੱਡਾ ਰੋਲ ਸੀਗਾ ਸਪੈਸ਼ਲੀ 84 ਦੇ ਵੇਲੇ? ਕਿਉਂਕਿ ਹੁਣ ਅਸੀਂ ਸੁਣੀਦਾ ਹੈ ਕਿ ਕਾਫੀ ਬਾਇਸ ਸੀਗੀ ਮੀਡੀਆ ਉਸ ਟਾਈਮ 'ਚ, ਨਿਊਜ਼ਪੇਪਰ ਜਿਹੜੀ ਮੇਨ TV ਚੈਨਲ ਸੀ ਉਹ ਸਰਕਾਰ ਦੇ ਅੰਦਰ। ਤੁਸੀਂ ਕੋਈ ਸਮਝਾ ਸਕਦੇ ਹੋ ਉਹਦੇ ਬਾਰੇ ਥੋੜ੍ਹਾ ਜਿਹਾ ਐਲੈਬੋਰੇਟ ਕਰ ਸਕਦੇ? ਹਾਂਜੀ, ਮੀਡੀਆ ਜਿਸ ਤਰ੍ਹਾਂ ਕਹਿੰਦੇ ਕਿ ਮੀਡੀਆ ਦੇ ਵਿੱਚ ਆਪਣੇ ਜਿਹੜੇ ਖਾਸ ਕਰ ਪੰਜਾਬ ਦੀ ਗੱਲ ਕਰਨ ਵਾਲੇ ਜਾਂ ਸਿੱਖਾਂ ਦੀ ਗੱਲ ਕਰਨ ਵਾਲੇ ਬਹੁਤ ਹੀ ਇਹ ਥੋੜ੍ਹਾ ਮੀਡੀਆ ਸੀ, ਬਹੁਤ ਲਿਮਟਿਡ ਅਖਬਾਰ ਸੀ। ਪਰ ਇਲੈਕਟ੍ਰੋਨਿਕ ਮੀਡੀਆ ਸੀਗਾ ਜਾਂ ਜਿਹੜੇ ਵੱਡੇ ਅਖਬਾਰ ਸੀ ਉਹ ਸਾਰੇ ਸਰਕਾਰ ਦੇ ਹੱਥ ਠੋਕ ਕੇ ਬਣੇ ਹੋਏ ਸੀ। ਫੋਰ ਐਗਜ਼ਾਮਪਲ ਜੇਕਰ ਮੈਂ ਗੱਲ ਕਰਨੀ ਹੋਵੇ ਕਿ ਜਿਹੜੀ ਨਿਊਜ਼ ਏਜੰਸੀ ਹੈ ਇੰਡੀਆ ਦੇ ਵਿੱਚ ਇੱਕ, ਜਿਵੇਂ ਗਲਤ ਨਾ ਹੋਵਾਂ ਅਤੇ ਚਲੋ ਮੈਂ ਨਾਮ ਉਹਦਾ ਨਹੀਂ ਲੈਂਦਾ, ਮੈਨੂੰ ਕਨਫਰਮ ਨਹੀਂ, ਮੈਂ ਉਹਦਾ ਨਾਮ ਭੁੱਲ ਗਿਆ। ਸੋ ਉਸ ਦਾ ਇੱਕ ਸਿੱਖ ਪੱਤਰਕਾਰ ਸੀ, ਉਸਨੇ ਅੰਮ੍ਰਿਤਸਰ ਤੋਂ ਇੱਕ ਨਿਊਜ਼ ਡਿਸਪੈਚ ਕੀਤੀ ਚੰਡੀਗੜ੍ਹ ਦੇ ਉਹਨਾਂ ਦੇ ਡੈਸਕ ਦੇ ਉੱਤੇ। ਸੋ ਨਿਊਜ਼ ਦੇ ਉਹਨੇ ਜਿਹੜੀ ਡਿਸਪੈਚ ਕੀਤੀ ਉਹਦੇ ਵਿੱਚ ਇਹ ਸੀ ਕਿ 1982 ਦੇ ਵਿੱਚ ਜਿਹੜੀਆਂ ਏਸ਼ੀਅਨ ਗੇਮਸ ਦਿੱਲੀ 'ਚ ਹੋ ਰਹੀਆਂ ਸੀ। ਸੋ ਆਪਾਂ ਨੂੰ ਪਤਾ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਗੇਮਸ ਹੁੰਦੀਆਂ, ਓਲੰਪਿਕ ਗੇਮਸ ਹੁੰਦੀਆਂ ਨੇ ਜਾਂ ਏਸ਼ੀਅਨ ਗੇਮਸ ਹੁੰਦੀਆਂ ਜਾਂ ਕਾਮਨਵੈਲਥ ਗੇਮ ਹੁੰਦੀਆਂ, ਉੱਥੇ ਜਿਹੜੀਆਂ ਕੌਮਾਂ ਸੰਘਰਸ਼ ਕਰ ਰਹੀਆਂ ਹੁੰਦੀਆਂ ਨੇ ਉਹ ਆਪਣਾ ਪ੍ਰਚਾਰ ਕਰਦੀਆਂ, ਕਿਉਂਕਿ ਦੁਨੀਆ ਭਰ ਦਾ ਮੀਡੀਆ ਉੱਥੇ ਆਇਆ ਹੁੰਦਾ। ਸੋ ਇਸੇ ਹੀ ਤਰ੍ਹਾਂ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਸੋ ਧਰਮ ਯੁੱਧ ਮੋਰਚੇ ਦੇ ਦੌਰਾਨ ਅਕਾਲੀ ਦਲ ਦਾ ਇੱਕ ਜਿਹੜਾ ਜਥਾ ਗਾ ਉਸਨੇ ਦਿੱਲੀ ਦੇ ਵਿੱਚ ਖੇਡਾਂ 'ਚ ਜਾ ਕੇ ਆਪਣਾ ਜਿਹੜਾ ਰੋਸ ਪ੍ਰਗਟਾਵਾ ਕਰਨਾ ਸੀ ਕਿ ਦੁਨੀਆ ਦੇ ਵਿੱਚ ਸਾਡੀ ਜਿਹੜੀ ਸਥਿਤੀ ਹੈ ਇੱਥੇ, ਇਹ ਦੁਨੀਆ ਭਰ ਦੇ ਵਿੱਚ ਸਾਡੀ ਇਹਦੀ ਗੱਲ ਜਾ ਸਕੇ। ਸੋ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਅਕਾਲੀ ਪ੍ਰੋਟੈਸਟ ਕਰਨਗੇ ਮਾਫੀ ਚਾਹੁੰਦਾ ਵੀ ਏਸ਼ੀਅਨ ਖੇਡਾਂ ਦੇ ਵਿੱਚ ਦਿੱਲੀ ਦੇ ਵਿੱਚ ਜਾ ਕੇ। ਜਿਹੜਾ ਅਨਿਲ ਗੌਤਮ ਨਾਂ ਦਾ ਇੱਕ ਉਹਨਾਂ ਦਾ ਐਡੀਟਰ ਸੀ ਜਿਹੜਾ ਚੰਡੀਗੜ੍ਹ ਦੇ ਵਿੱਚ ਬੈਠਾ ਸੀ ਨਿਊਜ਼ ਏਜੰਸੀ ਦਾ, ਸੋ ਉਸ ਨੇ ਇਸ ਨੂੰ ਪ੍ਰੋਟੈਸਟ ਦੀ ਥਾਂ ਕਹਿਤਾ, ਉਹਨੇ ਖੁਦ ਕੋਲੋਂ ਸ਼ਬਦ ਲਿਖਤਾ ਕਿ ਅਕਾਲੀ ਏਸ਼ੀਅਨ ਖੇਮਾਂ ਨੂੰ ਡਿਸਟਰਬ ਕਰਨਗੇ। ਸੋ ਉਹਨਾਂ ਦੇ ਜਾਣ ਬੁੱਝ ਕੇ ਲਿਖੇ ਹੋਏ ਸ਼ਬਦ ਨੇ, ਡਿਸਟਰਬ ਕਰਨਗੇ। ਜਦੋਂ ਅਕਾਲੀ ਦਲ ਦੇ ਜਥੇ ਜਾਂ ਜਿਹੜੇ ਸਿੱਖ ਆ ਇਹ ਹਰਿਆਣੇ ਦੇ ਵਿੱਚੋਂ ਲੰਘ ਕੇ ਜਾਣ ਲੱਗੇ ਦਿੱਲੀ ਦੇ ਵੱਲ ਨੂੰ, ਅਤੇ ਜਿਹੜਾ ਉਸ ਵਕਤ ਦਾ ਹਰਿਆਣਾ ਦਾ ਮੁੱਖ ਮੰਤਰੀ ਸੀ ਭਜਨ ਲਾਲ, ਉਸ ਨੇ ਕਹਿ ਦਿੱਤਾ ਕਿ ਅਰੈਸਟ ਕਰ ਲਓ ਸਾਰਿਆਂ ਨੂੰ। ਉਸ ਵਕਤ ਬਹੁਤ ਸਾਰੇ ਸਿੱਖਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਨੂੰ ਟੌਰਚਰ ਕੀਤਾ ਗਿਆ, ਧੀਆਂ ਭੈਣਾਂ ਦੇ ਨਾਲ ਜਿਹੜਾ ਛੇੜਛਾੜ ਵੀ ਕੀਤੀ ਗਈ ਅਤੇ ਜਿਹੜੇ ਕੁਝ ਕੁ ਗੋਲੀ ਵੀ ਚਲਾਈ ਗਈ, ਕਈਆਂ ਨੂੰ ਸ਼ਹੀਦ ਵੀ ਕੀਤਾ ਗਿਆ। ਅਤੇ ਉਸ ਵਕਤ ਉਦੋਂ ਬਾਅਦ ਦੇ ਵਿੱਚ ਜਦੋਂ ਅਕਾਲੀ ਦਲ ਨੇ ਅਤੇ ਬਾਕੀਆਂ ਨੇ ਇਸ ਗੱਲ ਦਾ ਪ੍ਰੋਟੈਸਟ ਕੀਤਾ ਕਿ ਇਹ ਤਾਂ ਸਾਡਾ ਕੋਈ ਬਿਆਨ ਹੀ ਨਹੀਂ ਸੀਗਾ, ਅਤੇ ਉਸ ਦੀ ਸੁਧਾਰ ਦੀ ਉਹਨਾਂ ਨੇ ਖਬਰ ਛਾਪੀ ਕਿ ਸਾਡੇ ਤੋਂ ਗਲਤੀ ਹੋ ਗਈ। ਉਹਨਾਂ ਦੀ ਸੁਧਾਰ ਦੀ ਖਬਰ ਇੱਕ ਬਹੁਤ ਹੀ ਨਿੱਕੀ ਜਿਹੀ ਕਰਕੇ
ਅਖਬਾਰ ਦੇ ਕਿਸੇ ਖੁੰਝੇ ਦੇ ਵਿੱਚ ਲੱਗੀ ਗਿਆ, ਸਾਡੀ ਗਲਤੀ ਹੋ ਗਈ। ਪਰ ਜਿਹੜਾ ਹੁਣ ਉਹ ਦੇਖੋ ਵੀ ਉਹ ਸਾਡਾ ਡੈਮੇਜ ਕੀਤਾ ਉਸ ਵਕਤ ਮੀਡੀਆ ਦੀ ਐਡੀ ਕੁ ਗਲਤੀ ਨਹੀਂ। ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ, ਪਰ ਜਿਹੜੀਆਂ ਆਪਾਂ ਕਹੀਏ ਕਿ ਉਹਨਾਂ ਦੀ ਨਿੱਕੀ ਨਿੱਕੀ ਗੱਲ ਨੇ ਵੀ ਸਾਡੇ ਉੱਤੇ ਵੱਡੇ ਵਾਰ ਕੀਤੇ, ਕਿਉਂਕਿ ਮੀਡੀਆ ਦੀ ਜਿਹੜੀ ਉਸ ਵਕਤ ਪਾਵਰ ਸਾਰੀ ਸਰਕਾਰ ਦੇ ਹੱਥ ਦੇ ਵਿੱਚ ਸੀ ਅਤੇ ਜਿਵੇਂ ਸਰਕਾਰ ਚਾਹੁੰਦੀ ਸੀ ਉਸੇ ਹੀ ਤਰ੍ਹਾਂ ਚਲਾਉਂਦੀ ਸੀ। ਇਹਦੀ ਇੱਕ ਮੈਂ ਹੋਰ ਇਹਦੀ ਉਦਾਹਰਨ ਦੇਣੀ ਚਾਹੁੰਦਾ ਗਾ। ਬਹੁਤ ਸਾਰੇ ਜਿਹੜੇ ਦੋਸ਼ ਲਾਏ ਗਏ ਪੰਜਾਬ ਦੇ ਵਿੱਚ ਕਿ ਜਿਹੜੇ ਨੌਜਵਾਨ ਨੇ, ਸਿੱਖ ਨੌਜਵਾਨ ਨੇ, ਉਹਨਾਂ ਦੇ ਵੱਲੋਂ ਹਿੰਦੂਆਂ ਦੇ ਕਤਲ ਕੀਤੇ ਜਾ ਰਹੇ ਨੇ, ਜਦ ਕਿ ਉਸ ਵਕਤ ਪੰਜਾਬ ਕਾਫੀ ਵੱਡੀ ਸਟੇਟ ਆ, ਕੋਈ ਛੋਟੀ ਸਟੇਟ ਨਹੀਂ ਇੰਡੀਆ ਦੇ ਵਿੱਚ, ਹੋਰ ਵੀ ਕਾਫੀ ਸਟੇਟਾਂ ਛੋਟੀਆਂ ਨੇ। ਪੰਜਾਬ ਉਸ ਵਕਤ ਪੂਰੇ ਇੰਡੀਆ ਦੇ ਵਿੱਚ ਸੈਕੰਡ ਲਾਸਟ ਸੀਗਾ ਕ੍ਰਾਈਮ ਦੇ ਵਿੱਚ, ਭਾਵ ਕਿ ਇਹ ਸਾਰਿਆਂ ਤੋਂ ਥੱਲੇ ਆਉਂਦਾ ਸੀ। ਪੰਜਾਬ ਤੋਂ ਬਾਅਦ ਸ਼ਾਇਦ ਅਸਾਮ ਦਾ ਨੰਬਰ ਆਉਂਦਾ ਸੀ ਕਿ ਇੰਨਾ ਪੀਸਫੁਲ ਸੀ ਪੰਜਾਬ। ਅਤੇ ਉਸ ਵਕਤ 1983 ਤੋਂ ਲੈ ਕੇ 84 ਤੱਕ, ਜੇਕਰ ਮੈਂ ਗਲਤ ਨਾ ਹੋਵਾਂ, ਮੈਂ ਬਾਅਦ ਦੇ ਵਿੱਚ ਇਸ ਦੀ ਕਰੈਕਸ਼ਨ ਵੀ ਕਰ ਲੂੰਗਾ ਜੇਕਰ ਮੈਂ ਗਲਤ ਹੋਇਆ, ਕਿ ਸਿਰਫ ਪੰਜਾਬ ਦੇ ਵਿੱਚ 300 ਜਿਹੜਾ ਕਤਲ ਦਾ ਜਿਹੜਾ ਉਹ ਸਾਡੇ ਕੋਲ ਅੰਕੜੇ ਉਹਦੇ ਮਿਲਦੇ ਆ, ਫੈਕਟਸ ਮਿਲਦੇ ਆ, ਜਦ ਕਿ ਉੱਪਰ ਜਿਹੜੀਆਂ ਵੱਡੀਆਂ ਸਟੇਟਾਂ ਨੇ ਜਾਂ ਪੰਜਾਬ ਦੀ ਨੇੜਲੀਆਂ ਸਟੇਟਾਂ ਨੇ ਉਹਦੇ ਵਿੱਚ 500 1000 ਇੱਥੇ ਤੱਕ ਵੀ ਸਾਨੂੰ ਮਿਲਦੇ ਆ। ਸੋ ਪੰਜਾਬ ਨੂੰ ਡਿਸਟਰਬ ਇਲਾਕਾ ਜਾਂ ਕਹਿ ਦਈਏ ਕਿ ਇੱਥੇ ਹਿੰਦੂਆਂ ਦੇ ਕਤਲ ਹੋ ਰਹੇ ਨੇ, ਇੰਨਾ ਹੋ ਰਿਹਾ, ਉਸ ਤਰੀਕੇ ਦੇ ਨਾਲ ਕਹਿ ਕੇ ਭੰਡਿਆ ਗਿਆ ਮੀਡੀਆ ਦੇ ਵਿੱਚ, ਜਦ ਕਿ ਫੈਕਟ ਉਹ ਨਹੀਂ ਸਨ। ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਪੱਤਰਕਾਰੀ ਦੀ, ਕਿ ਇੱਕ ਢਿੱਲਵਾਂ ਦੇ ਕੋਲੇ ਕੁਝ ਜਿਹੜੇ ਹਿੰਦੂ ਜੈਂਟਲਮੈਨਸ ਨੂੰ ਉਹਨਾਂ ਨੂੰ ਮਾਰ ਦਿੱਤਾ ਗਿਆ। ਅਸੀਂ ਕਹਾਂਗੇ ਕਿ ਇਹ ਜਿਹੜਾ ਟਾਊਟਸ ਜਿਹੜੇ ਸਰਕਾਰ ਨੇ ਆਪਣੇ ਏਜੰਟਸ ਵਾੜੇ ਸੀ ਉਹਨਾਂ ਦਾ ਹੀ ਘਰ ਹੈਗਾ। ਸੋ ਉਸ ਵਕਤ ਜਦੋਂ ਮੀਡੀਆ ਉਹਦੀ ਰਿਪੋਰਟ ਕੀਤੀ ਗਈ, ਉੱਥੇ ਜਿਹੜਾ ਪੱਤਰਕਾਰ ਜਸਪਾਲ ਸਿੰਘ ਸਿੱਧੂ ਉਹ ਰਿਪੋਰਟ ਕਰਨ ਉੱਥੇ ਪਹੁੰਚੇ। ਸੋ ਦੱਸਦੇ ਨੇ ਕਿ ਜਦੋਂ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ, ਉਹ ਜਿਹੜੇ ਨੌਜਵਾਨ ਮਾਰੇ ਗਏ ਸੀ, ਸੋ ਉਹ ਅਣਵਿਆਹੇ ਸਨ, ਭਾਵ ਕਿ ਅਨਮੈਰਿਡ ਸਨ ਉਹ। ਸੋ ਉਹਨਾਂ ਦੇ ਦੱਸਿਆ ਕਿ ਆਹ ਮਾਰੇ ਗਏ ਨੇ, ਕਿਸੇ ਨੇ ਉਸ ਦੀ ਜ਼ਿੰਮੇਵਾਰੀ ਨਹੀਂ ਲਿੱਤੀ, ਸਾਰਿਆਂ ਨੇ ਉਹਨੂੰ ਕੰਡੈਮ ਕੀਤਾ ਸਿੱਖ ਧਿਰਾਂ ਦੇ ਵੱਲੋਂ ਕਿ ਬਹੁਤ ਗਲਤ ਹੋਇਆ ਗਾ ਜਿਸ ਨੇ ਵੀ ਇਹ ਕੀਤਾ ਗਾ। ਪਰ ਜਦੋਂ ਉਹ ਖਬਰਾਂ ਛਪੀਆਂ ਅਤੇ ਉਹ ਖਬਰਾਂ ਨੂੰ ਇਮੋਸ਼ਨਲ ਬਣਾਉਣ ਦੇ ਲਈ ਸੋ ਉਹਨਾਂ ਨੂੰ ਛਾਪਿਆ ਗਿਆ ਕਿ ਦੇਖੋ ਜੀ ਇਹ ਜਿਹੜਾ ਕਾਰਾ ਕੀਤਾ ਗਿਆ ਹੈ, ਉਹਨਾਂ ਦੇ ਜਿਹੜੇ ਪਰਿਵਾਰ ਰੋਲ ਰਹੇ ਨੇ, ਉਹਨਾਂ ਦੇ ਬੱਚੇ ਰੋਲ ਰਹੇ ਨੇ, ਉਹਨਾਂ ਦੇ ਘਰ ਵਾਲੀਆਂ ਬੈਠੀਆਂ ਕੋਲ ਵਿਰਲਾਪ ਕਰ ਰਹੀਆਂ ਸਨ ਉਹਨਾਂ ਦੀਆਂ ਲਾਸ਼ਾਂ ਦੇ। ਸੋ ਇਸ ਤਰ੍ਹਾਂ ਇਹਨਾਂ ਨੂੰ ਪੋਰਟਰੇ ਕੀਤਾ ਗਿਆ, ਕਿਉਂਕਿ ਮੀਡੀਆ ਚਾਹੁੰਦਾ ਸੀ ਕਿ ਇਸ ਨੂੰ ਫੈਬਰੀਕੇਟ ਕਰਕੇ ਵੱਧ ਤੋਂ ਵੱਧ ਜਿਹੜੀਆਂ ਝੂਠੀਆਂ ਖਬਰਾਂ ਲਾਈਆਂ ਜਾਣ ਅਤੇ ਸਰਕਾਰ ਦਾ ਜਿਹੜਾ ਹਮਲਾ ਗਾ ਉਹਨੂੰ ਜਸਟੀਫਾਈ ਕੀਤਾ ਜਾ ਸਕੇ, ਅਤੇ ਜਿਹੜੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਪੁਲਿਸ ਵੱਲੋਂ ਬਣਾਏ ਜਾਂਦੇ ਸੀ ਉਹਨਾਂ ਨੂੰ ਜਸਟੀਫਾਈ ਕੀਤਾ ਜਾ ਸਕੇ। ਇਸ ਤੋਂ ਬਾਅਦ ਜਿਹੜਾ ਮੀਡੀਆ ਦਾ ਰੋਲ ਰਿਹਾ ਹੈ, ਉਸ ਨੇ ਜਦੋਂ ਵੀ 84 ਦੀ ਗੱਲ ਕੀਤੀ ਅਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਦਾ ਦੋਸ਼ ਕੱਢਣਾ ਅਤੇ ਉਸ ਤੋਂ ਬਾਅਦ ਨੌਜਵਾਨਾਂ ਨੂੰ ਗਲਤ ਰਸਤੇ ਪਏ ਦੱਸਣਾ, ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਉਹ ਇਸੇ ਸੰਦਰਭ ਦੇ ਵਿੱਚ ਹੀ ਗੱਲ ਉਹਨਾਂ ਨੇ ਕੀਤੀ। ਬਾਅਦ ਦੇ ਵਿੱਚ ਜਿਹੜਾ ਮੀਡੀਆ ਨੇ ਰੋਲ ਅਪਣਾ ਲਿਆ, ਉਹ ਅਪਣਾ ਲਿਆ ਜਿਹੜਾ ਪੰਜਾਬ ਦੇ ਵਿੱਚ ਨੰਗੇਜ਼ਵਾਦ ਦਾ, ਪੰਜਾਬ ਦੇ ਵਿੱਚ ਨਸ਼ੇ ਨੂੰ ਪ੍ਰਮੋਟ ਕਰਨਾ, ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਬਦਮਾਸ਼ੀ ਨੂੰ ਪ੍ਰਮੋਟ ਕਰਨਾ ਜਿਸ ਦਾ ਪੰਜਾਬ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਹੀਂ। ਉਸ ਬਦਮਾਸ਼ੀ ਦੇ ਵਿੱਚ ਜਿਸ ਕੋਈ ਡਿਵਾਈਨ ਨਾਂ ਦੀ ਚੀਜ਼ ਨਹੀਂ ਹੈ, ਜਿਨ੍ਹਾਂ ਦੇ ਹਥਿਆਰ ਫੜਾ ਕੇ ਉਹਨਾਂ ਨੂੰ ਇੱਕ ਹੰਕਾਰੀ ਮਨੁੱਖ ਦੀ ਜਿਹੜੀ ਇਮੇਜ ਬਣਾ ਕੇ ਉਸ ਦੇ ਲਈ ਗੱਭਰੂਆਂ ਨੂੰ ਪ੍ਰਮੋਟ ਕਰਨਾ ਕਿ ਤੁਸੀਂ ਇੱਧਰ ਨੂੰ ਤੁਰੋ। ਸੋ ਇਸ ਤਰ੍ਹਾਂ ਮੀਡੀਆ ਦਾ ਜਿਹੜਾ ਪ੍ਰਚਾਰਨ ਚੱਲਦਾ ਰਿਹਾ, ਪਰ ਜਿੰਨੇ ਸਾਡੇ ਕੋਲ ਸੋਰਸ ਆਏ, ਖਾਸ ਕਰ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ, ਸੋ ਸਾਡੇ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਪੱਤਰਕਾਰਾਂ ਨੇ ਵੀ, ਜੋ ਵੀ ਮੀਡੀਆ ਅਦਾਰੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਸ ਸਰਕਾਰ ਦੇ ਜਿਹੜਾ ਐਮਬੈਡਡ ਜਰਨਲਿਜ਼ਮ ਸੀ, ਜਿਹੜਾ ਮੀਡੀਆ ਨਾਲ ਖੜਾ ਸੀ ਸਰਕਾਰ ਦੇ, ਹਮਬਿਸਤਰ ਹੋਇਆ ਸੀ, ਉਹਦੇ ਪਾਪਾਂ ਨੂੰ ਅਸੀਂ ਜਿਹੜਾ ਧੋ ਸਕੀਏ, ਉਹਦੇ ਵੱਲੋਂ ਚਾੜੀ ਹੋਈ ਮੈਲ ਨੂੰ ਅਸੀਂ ਧੋ ਸਕੀਏ। ਉਹਦੇ ਵਿੱਚ ਮੈਨੂੰ ਲੱਗਦਾ ਕਾਫੀ ਕਾਮਯਾਬ ਵੀ ਹੋਏ ਹਾਂ ਅਤੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਕਿ ਅਸੀਂ ਜੋ ਮੀਡੀਆ ਦੇ ਵਿੱਚ ਲੱਗੇ ਹੋਏ ਹਾਂ, ਭਵਿੱਖ ਦੇ ਵਿੱਚ ਉਸ ਝੂਠ ਨੂੰ ਅਸੀਂ ਦੁਨੀਆ ਦੇ ਸਾਹਮਣੇ ਰੱਖ ਸਕੀਏ ਅਤੇ ਅਸਲ ਸੱਚਾਈ ਜਿਹੜੀ ਉਹ ਸਾਹਮਣੇ ਆਵੇ। ਹਾਂਜੀ,
ਤੁਹਾਡਾ ਟਾਈਮ ਕਾਫੀ ਲੈ ਰਿਹਾ, ਇੱਕ ਹੋਰ ਸਵਾਲ ਪੁੱਛਣਾ ਸੀ ਜੀ। ਇਹ ਮੈਂ ਸਵਾਲ ਮੈਂ ਪੰਜਾਬੀ 'ਚ ਪੁੱਛਾਂਗਾ ਅਤੇ ਇੰਗਲਿਸ਼, ਕਿਉਂਕਿ ਮੇਰੇ ਤੋਂ ਸ਼ਾਇਦ ਅਖਵਾਉਣਾ ਔਖਾ ਹੋਏਗਾ। ਮੈਂ ਇੰਗਲਿਸ਼ ਦੁਆਰਾ ਰਿਪੀਟ ਕਰਾਂਗਾ। ਜੇ ਤੁਸੀਂ ਆਪਣੇ ਆਪ ਨੂੰ ਇੱਕ ਮੈਸੇਜ ਦੇ ਸਕਦੇ ਕਿ ਤੁਸੀਂ 25 ਸਾਲ ਦੇ ਆਪਣੇ ਆਪ ਨੂੰ ਐਜ਼ ਅ ਟੀਨੇਜਰ ਤੁਸੀਂ ਇੱਕ ਮੈਸੇਜ ਦੇ ਪਾਉਂਦੇ ਆਪਣੇ ਆਪ ਨੂੰ ਪੰਥਿਕ ਮਸਲਿਆਂ ਬਾਰੇ, ਉਹ ਕੀ ਹੋਏਗਾ ਮੈਸੇਜ? ਇਫ ਯੂ ਵਰ ਟੂ ਗਿਵ yourself a 24-year-old version of you a message, a ਪੰਥਿਕ ਮੈਸੇਜ, what would it be? ਅਤੇ ਨਾਲ ਹੀ ਨੌਜਵਾਨਾਂ ਨੂੰ, ਕਿਉਂਕਿ ਇਸ ਵਾਰ ਤੁਸੀਂ ਸਾਡੇ ਤੋਂ ਕਾਫੀ ਸਿਆਣੇ ਹੋ, ਤੁਸੀਂ ਕਾਫੀ ਕੁਝ ਜ਼ਿਆਦਾ ਜਾਣਦੇ ਹੋ ਮੀਡੀਆ 'ਚੋਂ, ਅਤੇ ਸਾਡਾ ਹਮੇਸ਼ਾ ਸਾਡਾ ਇੱਕ ਏਮ ਰਿਹਾ ਕਿ ਤੁਹਾਨੂੰ ਜਿਹੜੇ ਆਉਂਦੇ ਨੇ ਗੈਸਟ ਸਾਨੂੰ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਨੌਜਵਾਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈਗਾ, ਜਿਹੜੇ ਸਪੈਸ਼ਲੀ ਜਿਹੜੇ ਬਾਹਰ ਡਾਇਸਪੋਰਾ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜੇ ਆਪਣੀ ਪੰਜਾਬ ਦੇ ਰੂਹ ਤੋਂ ਜਿਹੜੇ ਨਹੀਂ ਜੁੜੇ ਹੋਏ। ਪੰਜਾਬ 'ਚ ਗੱਲ ਹੋ ਰਿਹਾ, ਪਰ ਜਿਹੜੇ ਬਾਹਰ ਵੈਸਟਰਨ ਕੰਟਰੀਜ਼ ਡਾਇਸਪੋਰਾ 'ਚ ਉਹਨਾਂ ਵਾਸਤੇ ਮੈਸੇਜ ਕੀ ਹੈ, ਅਤੇ ਜੇ ਤੁਸੀਂ ਆਪਣੇ ਆਪ ਨੂੰ ਆਪਣੇ ਯੰਗ ਵਰਜ਼ਨ ਨੂੰ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹੋ। ਨਾਲ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੂੰਗਾ ਕਿ ਜਿਵੇਂ ਵੀਰ ਨੇ ਸਵਾਲ ਪੁੱਛਿਆ ਉਹਦੇ ਵਿੱਚ ਕਿ ਜਿਵੇਂ ਜੋ ਪੰਜਾਬ 'ਚ 84 ਵਿੱਚ ਹੋਇਆ ਆ ਅਤੇ ਪੋਸਟ 84 ਜਾਂ ਪ੍ਰੀ 84 ਜਿਹੜਾ 78 ਵਿੱਚ ਸਾਕੇ ਹੋਏ ਨੇ, ਉਹਦੇ ਨਾਲ ਕੀ ਹੋਇਆ ਕਿ ਕਈ ਲੋਕ ਜਿਹੜੀ ਸਾਡੀ ਸਿੱਖ ਕੌਮ ਸੀਗੀ ਇੱਕ ਹੱਦ ਤੱਕ ਉਹ ਵੈਸਟ ਵੱਲ ਵੀ ਰੁੱਖ ਕੀਤਾ ਉਹਨਾਂ ਨੇ, ਅਤੇ ਜਿਹਦੇ ਕਾਰਨ ਕਿ ਜਿਹੜੀ ਸਾਡੀ ਰੂਟਸ ਨੇ, ਜਿਹੜੀ ਸਾਡੀ ਜੜ੍ਹਾਂ ਨੇ, ਉਹ ਤਾਂ ਭਾਰਤ ਸਾਡੇ ਪੰਜਾਬ 'ਚ ਨਹੀਂ ਹੈਗੀਆਂ ਨੇ, ਕਿਉਂਕਿ ਸਾਡੀ ਗੁਰੂਆਂ ਦੀ ਧਰਤੀ ਆ। ਪਰ ਇੱਥੇ ਆ ਕੇ ਹੁਣ ਉਹ ਜੁੜਾਵ, ਉਹ ਲਗਾਵ ਨਹੀਂ ਹੈਗਾ ਸਾਡੀ ਯੂਥ 'ਚ। ਅਤੇ ਜਿਵੇਂ ਹੁਣ ਜਿੱਥੇ ਜਥੇਬੰਦੀਆਂ ਕੰਮ ਕਰਦੀਆਂ ਨੇ, ਜਾਂ ਪੰਜਾਬ 'ਚ ਜਥੇਬੰਦੀਆਂ ਕੰਮ ਕਰਦੀਆਂ, ਜਾਂ ਹੋਰ ਕਿਸੇ ਦੇਸ਼ਾਂ 'ਚ ਕੰਮ ਕਰਦੀਆਂ ਸਿੱਖ ਜਥੇਬੰਦੀਆਂ, ਜਿਵੇਂ ਸਾਨੂੰ ਪਤਾ ਲੱਗਦਾ ਜਦੋਂ 84 ਦੇ ਵੇਲੇ ਜਾਂ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਕਾਲ ਚਲਾਣਾ ਕਰਦੇ ਨੇ, ਅਤੇ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਜਦੋਂ ਗੱਦੀ ਦਿੱਤੀ ਜਾਂਦੀ 1 ਸਾਲ ਦੀ, ਅਤੇ ਕਈ ਸਿੰਘ ਉਸ ਵੇਲੇ ਗਿਆਨੀ ਅਮਰੀਕ ਸਿੰਘ ਜੀ ਨੂੰ, ਭਾਈ ਅਮਰੀਕ ਸਿੰਘ ਜੀ ਨੂੰ ਵੀ ਅਪਰੋਚ ਕਰਦੇ ਨੇ, ਕਿਉਂਕਿ ਉਹਨਾਂ ਦੇ ਪਿਤਾ ਜੀ ਹੋਣ ਦੇ ਨਾਤੇ ਕਿ ਬਈ ਤੁਸੀਂ ਇਸ ਗੱਦੀ 'ਤੇ ਆ ਕੇ ਵਿਰਾਜਮਾਨ ਹੋਵੋ। ਪਰ ਉਸ ਵੇਲੇ ਸਿੰਘਾਂ ਦੇ ਵਿੱਚ ਉਹ ਪਿਆਰ, ਕਿਉਂਕਿ ਉਸ ਟਾਈਮ ਜਵਾਨੀ ਵਿੱਚ ਸੀਗੇ, ਉਹ ਯੂਥ ਸੀਗੀ, ਬਟ ਇੰਨਾ ਪਿਆਰ ਸੀਗਾ ਉਹਨਾਂ 'ਚ ਆਪਸੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਭਾਈ ਅਮਰੀਕ ਸਿੰਘ ਜੀ ਨੇ ਕਿਹਾ ਕਿ ਬਈ ਇਸ ਗੱਦੀ ਦੇ ਲਾਇਕ ਸਿਰਫ ਇੱਕ ਹੀ ਸ਼ਖਸ ਆ, ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ। ਪਰ ਜਿਵੇਂ ਹੁਣ ਅੱਜ ਵੈਸਟ 'ਚ ਦੇਖਦੇ ਹਾਂ, ਅੱਜ ਵੈਸਟ ਦੇ ਵਿੱਚ ਕਿ ਪਹਿਲਾਂ ਤਾਂ ਜਥੇਬੰਦੀਆਂ ਦੇ ਵਿੱਚ ਆਪਸੀ ਪ੍ਰੇਮ ਬਹੁਤ ਘੱਟ ਆ, ਸਪੈਸ਼ਲੀ ਯੂਥ 'ਚ ਬਹੁਤ ਘੱਟ ਗਿਆ ਆ। ਉਹ ਜਿਵੇਂ ਇੱਕ ਜਥੇਬੰਦੀ ਤਿਆਰ ਹੁੰਦੀ ਆ ਅਤੇ ਉਹਦੇ ਵਿੱਚ ਕੰਪੀਟੀਸ਼ਨ ਜ਼ਿਆਦਾ ਆ, ਪੰਥਕ ਸੇਵਾ ਭਾਵਨਾ ਘੱਟ ਆ, ਅਤੇ ਉਹ ਕੰਪੀਟੀਸ਼ਨ ਇੱਦਾਂ ਦਾ ਆ ਕਿ ਦਿਖਾਉਣਾ ਕਿ ਆਪਾਂ ਸੇਵਾ ਕਰ ਰਹੇ ਹਾਂ। ਸਾਰੇ ਆਪਣੀ ਜਗ੍ਹਾ ਵਧੀਆ ਸੇਵਾ ਕਰਦੇ ਆ, ਬਟ ਜਦੋਂ ਇੱਕ ਨਵੀਂ ਜਥੇਬੰਦੀ ਤਿਆਰ ਹੁੰਦੀ ਹੈ ਇੱਕ ਨਿਸ਼ਾਨਾ ਲੈ ਕੇ, ਅਤੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਬਹੁਤ ਮਤਲਬ ਤਿੱਖੇ ਸ਼ਬਦਾਂ ਨਾਲ ਟਾਰਗੇਟ ਕੀਤਾ ਜਾਂਦਾ ਕਿ ਬਈ ਨਵੇਂ ਉੱਠ ਗਏ ਆ, ਇੱਦਾਂ ਕਰਨ ਲੱਗੇ ਆ। ਉਹਦੇ ਨਾਲ ਕੀ ਹੁੰਦਾ, ਜਿਹੜੀ ਆਲਰੇਡੀ ਯੂਥ ਜਿਹੜੀ ਇਨਵੋਲਵਡ ਆ, ਜਿਹਦੇ ਮਨ 'ਚ ਹੈਗੀ ਕਿ ਆਪਾਂ ਕੋਈ ਸੇਵਾ ਕਰਨੀ ਆ, ਉਹ ਡੀਮੋਟੀਵੇਟ ਹੋ ਜਾਂਦੇ ਆ। ਸੋ ਉਸੇ ਸਵਾਲ ਨਾਲ ਮੈਂ ਜੋੜ ਕੇ ਪੁੱਛਣਾ ਚਾਹੂੰਗਾ ਕਿ ਹੁਣ ਦੀ ਜਿਹੜੀ ਯੂਥ ਆ, ਜਿਹੜੀ ਦੋ ਚਿੱਤੀ ਹੋਈ ਆ ਕਿ ਜਿਹਨਾਂ ਨੂੰ ਪਤਾ ਨਹੀਂ ਆ ਕਿ ਆਪਾਂ ਕਰੀਏ ਕੀ ਕਰੀਏ, ਕਿਉਂਕਿ ਕਰਨਾ ਸਾਰੇ ਚਾਹੁੰਦੇ ਆ, ਬਾਣੀ ਸਾਰੇ ਪੜ੍ਹ ਰਹੇ ਆ, ਜੀਵਨ ਬਹੁਤ ਵਧੀਆ ਬਣਾਏ ਹੋਏ ਆ ਸਿੰਘਾਂ ਨੇ ਅੱਜ ਦੇ ਦੌਰ ਵਿੱਚ ਵੀ, ਬਟ ਉਹਨਾਂ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਉਹ ਡਾਇਵਰਟ ਜੇ ਹੋ ਜਾਂਦੇ ਆ ਆਪਣੇ ਏਮ ਤੋਂ, ਕਿਉਂਕਿ ਸਾਰਾ ਜਿਹੜਾ ਚੱਲ ਰਿਹਾ ਅੱਜ ਦਾ ਦੌਰ। ਸੋ ਉਸ 'ਤੇ ਤੁਹਾਡੇ ਕੀ ਵਿਚਾਰ ਹੈ? ਹਾਂਜੀ, ਪਹਿਲਾਂ ਤਾਂ ਜੋ ਸਹਿਜਦੀਪ ਸਿੰਘ ਹੋਰਾਂ ਦਾ ਸਵਾਲ ਸੀ ਕਿ ਜੇਕਰ ਮੈਂ 25 ਸਾਲ ਦਾ ਹੋਵਾਂ ਤਾਂ ਕੀ ਸੁਨੇਹਾ ਦੇਣਾ ਚਾਹਾਂਗੇ। ਸੋ ਸੁਨੇਹਾ ਤਾਂ ਸਭ ਤੋਂ ਵੱਡਾ ਸਾਨੂੰ ਗੁਰੂ ਸਾਹਿਬ ਨੇ ਹੀ ਦਿੱਤਾ ਕਿ ਅਸੀਂ ਸਰਬੱਤ ਦੇ ਭਲੇ ਦੇ ਰਾਜ ਦੇ ਲਈ ਹਮੇਸ਼ਾ ਤਤਪਰ ਰਹੀਏ। ਇਹ ਸਾਡੀ ਸ਼ਖਸੀਅਤ ਦਾ ਜਿਹੜਾ ਹਿੱਸਾ ਹੋਣਾ ਚਾਹੀਦਾ ਕਿ ਅਸੀਂ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿਸ ਸਮੇਂ ਕਾਲ ਦੇ ਵਿੱਚ ਸਾਨੂੰ ਉੱਥੇ ਹਮੇਸ਼ਾ ਹੀ ਤਤਪਰ ਰਹਿਣਾ ਚਾਹੀਦਾ ਹੈਗਾ। ਬਾਕੀ ਇਹ ਹੈ ਕਿ ਜਿਹੜੀ ਮੋਡਰਨਿਟੀ ਆ, ਇਸ ਨੇ ਬਹੁਤ ਸਾਰੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਅਲਾਮਤਾਂ, ਮਾੜੀਆਂ ਅਲਾਮਤਾਂ ਲੈ ਆਉਂਦੀਆਂ, ਭਾਵ ਕਿ ਇਹਦੇ ਮੋਡਰਨਿਟੀ ਦੇ ਟੋਟਲ ਸਟਰਕਚਰ ਦੇ ਵਿੱਚ ਨੈਗੇਟਿਵ ਐਲੀਮੈਂਟਸ ਬਹੁਤ ਨੇ। ਸੋ ਸਾਨੂੰ ਉਹਨਾਂ ਨੈਗੇਟਿਵ ਐਲੀਮੈਂਟਸ ਤੋਂ ਸਮੇਂ-ਸਮੇਂ 'ਤੇ ਕਦਮ ਦੇ ਉੱਤੇ ਬਚਣਾ ਪਊਗਾ। ਅੱਜ ਅਸੀਂ ਬਹੁਤ ਵੱਡੇ ਇਹ ਚੈਲੰਜ ਸਾਨੂੰ ਖੜੇ ਕਰਦੀ ਆ ਹਰ ਇੱਕ ਪੱਖ ਤੋਂ। ਸੋ ਉਸ ਨੂੰ ਸਾਨੂੰ ਪਛਾਣ ਕਰਕੇ ਉਹ ਜਿਹੜੀ ਇੱਕ ਗਲੈਮਰ ਦੀ ਚਮਕਦੀ ਲਾਈਫ ਆ, ਉਹਦੀ ਪਛਾਣ ਕਰਕੇ ਸਾਨੂੰ ਸਿੱਖੀ ਦੇ ਵੱਲ ਮੁੜਨਾ ਪਊਗਾ। ਜੇਕਰ ਤੁਸੀਂ ਗੁਰਬਾਣੀ ਦੇ ਨਾਲ, ਬਾਣੇ ਦੇ ਨਾਲ ਜੁੜੋਗੇ, ਸੋ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਤੇ ਸਿੱਧ ਆਟੋਮੈਟਿਕਲੀ ਤੁਸੀਂ ਉਹਨਾਂ ਤੋਂ ਨਿਜਾਤ ਪਾ ਲਵੋਗੇ। ਕਿਸੇ ਵੀ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਜਿਹੜਾ ਉਸਦਾ ਇਤਿਹਾਸ ਹੁੰਦਾ, ਕੌਮ ਦਾ, ਉਸ ਦਾ, ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ। ਉਹ ਇਤਿਹਾਸ ਤੋਂ ਸੇਧ ਲੈ ਕੇ ਵਰਤਮਾਨ ਸਮੇਂ ਦੇ ਵਿੱਚ ਉਹ ਆਪਣੇ
ਭਵਿੱਖ ਨੂੰ ਸੋਹਣਾ ਬਣਾਉਣ ਦੇ ਲਈ ਉਪਰਾਲੇ ਕਰਦਾ। ਸੋ ਜੇਕਰ ਤੁਸੀਂ ਇਤਿਹਾਸ ਤੋਂ ਵਿਰਵੇ ਹੋ, ਜੇਕਰ ਤੁਸੀਂ ਆਪਣੇ ਕੌਮ ਦੇ ਇਤਿਹਾਸ ਦੇ ਬਾਰੇ ਨਹੀਂ ਪੜ੍ਹਦੇ, ਇਤਿਹਾਸ ਤੋਂ ਪੜ੍ਹ ਕੇ ਜੇਕਰ ਉਹ ਤੋਂ ਸਬਕ ਲੈ ਕੇ, ਜੇਕਰ ਪੜ੍ਹ ਵੀ ਲੈਂਦੇ ਹੋ ਉਹ ਤੋਂ ਸਬਕ ਨਹੀਂ ਲੈਂਦੇ, ਸਬਕ ਲੈ ਕੇ ਭਵਿੱਖ ਦੇ ਵਿੱਚ ਉਹਨੂੰ ਅਮਲ ਦੇ ਵਿੱਚ ਨਹੀਂ ਲਿਆਉਂਦੇ, ਤਤਪਰ ਨਹੀਂ ਹੁੰਦੇ, ਫਿਰ ਤੁਹਾਡੀਆਂ ਜਿਹੜੀਆਂ ਪਹਿਲਾਂ ਦੋਨੇ ਕੀਤੇ ਹੋਏ ਕੰਮ ਆ ਉਹ ਨਿਹਫਲ ਜਾਣਗੇ। ਇਸ ਲਈ ਜਿੱਥੇ ਇਤਿਹਾਸ ਨੂੰ ਅਸੀਂ ਪੜ੍ਹਨਾ, ਉਹਨੂੰ ਮੌਜੂਦਾ ਸਮੇਂ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ ਉਹਨਾਂ ਦੇ ਨਾਲ ਉਸ ਨੂੰ ਜੋੜ ਕੇ ਦੇਖ ਕੇ ਅਸੀਂ ਆਪਣਾ ਭਵਿੱਖ ਸੰਵਾਰਨਾ ਗਾ। ਇਸ ਦੇ ਪ੍ਰਤੀ ਤੁਹਾਨੂੰ ਜ਼ਰੂਰ ਅਵੇਅਰ ਹੋਣਾ ਚਾਹੀਦਾ ਗਾ। ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਸੀ ਕਿ ਜਿਹੜੇ ਬਹੁਤ ਹੈ ਸਾਡਾ ਜਿਹੜਾ ਯੂਥ ਆ ਉਹ ਬਾਹਰ ਦੇ ਵੱਲ ਆ ਗਿਆ, ਵਿਦੇਸ਼ਾਂ ਦੇ ਵਿੱਚ ਆ ਗਿਆ, ਅਤੇ ਪੰਜਾਬ ਤੋਂ ਕਈ ਵਾਰੀ ਉਹ ਵਿਰਵੇ ਰਹਿ ਜਾਂਦੇ ਆ। ਇਸ ਦੇ ਬਾਰੇ ਅਜੇ ਜਿਹੜੇ ਪੰਥ ਦੇ ਇੰਟਲੈਕਚੁਅਲ ਨੇ ਉਹ ਦੋਨੇ ਪੱਖ ਰੱਖਦੇ ਆ ਕਿ ਇਸ ਦੇ ਬਾਰੇ ਅਸੀਂ ਅਜੇ ਕੋਈ ਨਤੀਜਾ ਨਹੀਂ ਕੱਢ ਸਕੇ ਕਿ ਜਿਹੜਾ ਅਸੀਂ ਬਾਹਰ ਆਏ ਇਹ ਚੰਗੀ ਗੱਲ ਹੋਈ ਜਾਂ ਮਾੜੀ ਗੱਲ ਹੋਈ। ਇਹਦੇ ਬਹੁਤ ਸਾਰੇ ਚੰਗੇ ਪੱਖ ਵੀ ਆ ਕਿ ਅਸੀਂ ਦੁਨੀਆ ਦੇ ਸਾਹਮਣੇ ਆਪਣਾ ਇੱਕ ਕੇਸ ਰੱਖਿਆ ਕਿ ਸਾਡਾ ਕੇਸ ਕੀ ਆ, ਅਸੀਂ ਕਿਉਂ ਉੱਥੇ ਸੰਘਰਸ਼ ਕਰ ਰਹੇ ਸਨ। ਦੂਸਰੀ ਗੱਲ ਆ ਕਿ ਜਿਹੜੀਆਂ ਸਾਡੀਆਂ ਜਨਰੇਸ਼ਨ ਹੈ ਇੱਥੇ ਜੰਮੀ ਉਹ ਦੂਰ ਵੀ ਹੋ ਗਈ ਆ ਇਹਦੇ ਵਿੱਚੋਂ, ਪਰ ਇਹ ਸਨ ਅਸੀਂ ਅਜੇ ਜੇਕਰ ਇਹਦਾ ਫੈਸਲਾ ਦੇਵਾਂਗੇ ਤਾਂ ਬਹੁਤ ਸੀ ਅਰਲੀ ਹੋਵਾਂਗੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਅਸੀਂ ਇਸ ਨੂੰ ਕਿਵੇਂ, ਹੁਣ ਆ ਤਾਂ ਗਏ ਹੋਏ ਸੀ ਇੱਥੇ, ਲਾਈਫ ਵਧੀਆ ਕਿਵੇਂ ਬਣਾਈਏ ਇਹਨੂੰ ਕੌਮੀ ਸੰਦਰਭ ਦੇ ਵਿੱਚ ਦੇਖਦੇ ਹੋਏ। ਬਾਕੀ ਇਹ ਆ ਕਿ ਦੁਨੀਆ ਦੀ ਰਾਜਨੀਤੀ ਦੇ ਨਾਲ ਸਾਨੂੰ ਖਹਿ ਕੇ ਲੰਘਣਾ ਚਾਹੀਦਾ ਹੈ। ਇਸ ਵਕਤ ਦੁਨੀਆ ਕਿੱਧਰ ਨੂੰ ਜਾ ਰਹੀ ਆ ਉਸ ਦੇ ਵੱਲ ਸਾਨੂੰ ਬੜੀ ਬਰੀਕੀ ਦੇ ਨਾਲ ਦੇਖਣਾ ਚਾਹੀਦਾ ਹੈ। ਜੇਕਰ ਇਸ ਵਕਤ ਅਸੀਂ ਦੇਖੀਏ ਕਿ ਸਾਨੂੰ ਜੋ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ ਫਲਸਫਾ ਦਿੱਤਾ ਹੈ, ਸਭ ਤੋਂ ਵੱਧ ਲੋੜ ਦੁਨੀਆ ਨੂੰ ਰਾਈਟ ਨਾਓ ਉਹਦੀ ਆ, ਕਿਉਂਕਿ ਉਸ ਦੇ ਵਿੱਚ ਬਿਨਾਂ ਕਿਸੇ ਛਲ ਅਤੇ ਕਪਟ ਦੇ ਹਰ ਇੱਕ ਦਾ ਭਲਾ ਜਿਹੜਾ ਪਿਆ ਹੋਇਆ ਹੈ ਗੁਰੂ ਸਾਹਿਬ ਨੇ, ਅਤੇ ਅਸੀਂ ਉਸ ਭਲੇ ਨੂੰ ਰਾਜ ਦੇ ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਨੂੰ ਅਮਲ ਦੇ ਵਿੱਚ ਵੀ ਲਿਆ ਕੇ ਅਸੀਂ ਦਿਖਾਇਆ ਹੋਇਆ ਕਿ ਅਸੀਂ ਬਿਨਾਂ ਕਿਸੇ ਦੇ ਤੋਂ ਧੱਕੇ ਕੀਤੇ ਅਸੀਂ ਇੱਕ ਜਿਹੜਾ ਡਿਵਾਈਨ ਸਟੇਟ ਦਾ ਰਾਜ ਸਥਾਪਿਤ ਕਰਕੇ ਵੀ ਦਿਖਾ ਸਕਦੇ ਹਾਂ ਅਤੇ ਦੇ ਵੀ ਸਕਦੇ ਹਾਂ। ਸੋ ਇਸ ਦੇ ਪ੍ਰਤੀ ਜ਼ਰੂਰ ਸਾਡੀ ਜਿਹੜੀਆਂ ਜਨਰੇਸ਼ਨ ਨੂੰ ਆਉਣ ਵਾਲੀਆਂ ਨੂੰ ਉਹ ਧਿਆਨ ਰੱਖਣਾ ਚਾਹੀਦਾ, ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ। ਮੀਡੀਆ ਦਾ ਵੱਡੇ ਮੀਡੀਆ ਘਰਾਣਿਆਂ ਨੂੰ ਤੁਸੀਂ ਸਿੱਟ ਸਕਦੇ ਹੋ ਥੱਲੇ ਅੱਜ ਦੀ ਟੈਕਨੋਲੋਜੀ ਦੀ ਵਰਤੋਂ ਕਰਕੇ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਜਦੋਂ ਜਿਹੜਾ ਬਹੁਤ ਨਾਮੀ ਚੈਨਲ ਆ ਉਸ ਵਕਤ 2015 ਦੀ ਜਿਹੜੀ ਬਾਦਲ ਗਵਰਨਮੈਂਟ ਸੀ ਉਹਦੀ ਸਪੋਰਟਿੰਗ ਦੇ ਵਿੱਚ ਉਹਨਾਂ ਨੇ ਫੈਬਰੀਕੇਟਡ ਕਰਕੇ ਕਿਸ ਤਰ੍ਹਾਂ ਸਿੱਖਾਂ ਦੇ ਸਿਰ ਹੀ ਕੁਝ ਕੇਸ ਪਾਉਣੇ ਚਾਹੇ ਕਿ ਇਹ ਸਿੱਖਾਂ ਦੇ ਵੱਲੋਂ ਹੀ ਬੇਅਦਬੀਆਂ ਕੀਤੀਆਂ ਗਈਆਂ, ਉਹਨੂੰ ਕੌਨਸਪੀਰੇਸੀ ਬਣਾ ਕੇ। ਸੋ ਗੁਰੂ ਦੀ ਕਿਰਪਾ ਦੇ ਨਾਲ ਅਸੀਂ, ਸਾਡਾ ਨਿੱਕਾ ਜਿਹਾ ਅਦਾਰਾ ਹੈਗਾ, ਅਸੀਂ ਉਹਨਾਂ ਦੇ ਝੂਠ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਆਸਟ੍ਰੇਲੀਆ ਤੋਂ ਮੁੰਡਿਆਂ ਦੇ ਜਿਨ੍ਹਾਂ ਦੇ ਉਹ ਨਾਂ ਲਾ ਰਹੇ ਸੀ ਉਹਨਾਂ ਨੂੰ ਅਸੀਂ ਪੇਸ਼ ਕੀਤਾ ਮੀਡੀਆ ਦੇ ਵਿੱਚ ਲਿਆ ਕੇ। ਸੋ ਉਹਨਾਂ ਦੇ ਇੱਕ ਵੱਡੇ ਝੂਠ ਦੇ ਪਹਾੜ ਨੂੰ ਚੂਰ ਕਰਕੇ ਰੱਖ ਦਿੱਤਾ। ਸੋ ਅੱਜ ਸਾਡੇ ਕੋਲ ਜਿੰਨੇ ਵੀ ਸੋਰਸਿਸ ਹਨ ਸਾਡੇ ਕੋਲ ਮੌਜੂਦਾ, ਉਹਨਾਂ ਦੀ ਵਰਤੋਂ ਕਰਕੇ ਅਸੀਂ ਕੌਮ ਨੂੰ ਫਿਰ ਚੜ੍ਹਦੀ ਕਲਾ ਦੇ ਵੱਲ ਲੈ ਕੇ ਅਸੀਂ ਜਾਈਏ। ਸੋ ਇਸ ਦੇ ਪ੍ਰਤੀ ਹਮੇਸ਼ਾ ਹੀ ਸਾਨੂੰ ਤਤਪਰ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਜੋ ਸਾਨੂੰ ਬਾਣੀ ਬਖਸ਼ੀ ਉਹਦੇ ਨਾਲ ਜ਼ਰੂਰ ਜੁੜਨਾ ਚਾਹੀਦਾ। ਉਹ ਤੁਹਾਡੀ ਰੂਹ ਨੂੰ ਖੁਰਾਕ ਦੇਵੇਗੀ ਅਤੇ ਤੁਹਾਨੂੰ ਹਰ ਕੰਮ ਕਰਨ ਪ੍ਰਤੀ ਤੁਹਾਨੂੰ ਸ਼ਕਤੀ ਦੇਵੇਗੀ। ਸੋ ਇੰਨੀਆਂ ਕੁ ਗੱਲਾਂ ਸੀ। ਹਾਂਜੀ, ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਤੇਜ ਸਿੰਘ ਜੀ ਅਤੇ ਭਾਈ ਸਹਿਜਦੀਪ ਸਿੰਘ ਜੀ। ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਜਿਹੜੀ ਕਿ ਬਹੁਤ ਹੀ ਜ਼ਰੂਰੀ ਡਿਸਕਸ਼ਨ ਜੋ ਕਿ ਵਿਚਾਰ ਕੀਤੀ ਆਪਾਂ, ਜਿਹਦੀ ਕਿ ਅੱਜ ਬਹੁਤ ਹੀ ਜ਼ਿਆਦਾ ਲੋੜ ਆ ਪੰਥ ਨੂੰ, ਕਿ ਆਪਾਂ ਬਹਿ ਕੇ ਵਿਚਾਰ ਕਰੀਏ ਕਿ ਕਿਵੇਂ ਅਤੇ ਆਪਾਂ ਕਿਵੇਂ ਘਰੋਂ ਕੱਢੇ ਗਏ ਹੋਏ ਹਾਂ ਅਤੇ ਕੀ ਸਾਡੇ ਨਾਲ ਹੋਇਆ ਆ ਅਤੇ ਕਿਵੇਂ ਅਸੀਂ ਉਹਦਾ ਰਿਜ਼ਲਟ ਕੀ ਆਇਆ ਅਤੇ ਕਿਵੇਂ ਅਸੀਂ ਉਹਨੂੰ ਵੇਖ ਕੇ ਅੱਗੇ ਆਪਣੀ ਫਿਊਚਰ ਜਨਰੇਸ਼ਨਸ ਨਾਲ ਆਪਾਂ ਉਸ ਚੀਜ਼ ਨੂੰ ਸਾਂਝਾ ਕਰਕੇ ਅਤੇ ਆਪਣਾ ਜਿਹੜਾ ਕੌਮ ਆ ਪੰਥ ਦੀ ਜਿਹੜੀ ਚੜ੍ਹਦੀ ਕਲਾ ਕਰਨੀ ਆ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦੇ ਮਲੇ ਹੈ।